ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਇਹ ਪਲੇਟਫਾਰਮ ਟੀਚਿੰਗ ਕੋਰਸਿਸ ਨਾਲ ਰਿਲੇਟਡ ਵੀਡੀਓਜ਼ ਵਾਸਤੇ ਅਤੇ ਕੰਟੈਂਟ ਵਾਸਤੇ ਅਸੀਂ ਸਪੈਸ਼ਲੀ ਡਿਵੈਲਪ ਕੀਤਾ ਹੈ। ਅਤੇ ਸਪੈਸ਼ਲੀ ਮਾਸਟਰ ਕਲਾਸਿਸ ਦਾ ਜੋ ਟੀਚਿੰਗ ਕੋਰਸਿਸ ਦਾ ਟੈਲੀਗ੍ਰਾਮ ਉੱਥੇ ਤੁਹਾਨੂੰ ਇਹਦੀ PDF ਜਿਵੇਂ ਕਿ ਪਹਿਲੇ ਲੈਕਚਰ ਦੀ ਵੀ ਅਵੇਲੇਬਲ ਹੋਈ ਆ, ਇਸ ਲੈਕਚਰ ਦੀ PDF ਵੀ ਤੁਹਾਨੂੰ ਐਗਜ਼ੈਕਟਲੀ ਉੱਥੇ ਹੀ ਅਵੇਲੇਬਲ ਹੋਊਗੀ। ਸੋ ਜ਼ਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ। ਜਿਹੜੇ ਵੀ ਸਾਡੇ ਇਹ ਲੈਕਚਰ ਲੱਗ ਰਹੇ ਆ, ਇਹ PS ਟੈਟ ਸੋਸ਼ਲ ਸਟੱਡੀਜ਼ ਦਾ ਆਧੁਨਿਕ ਭਾਰਤ ਦਾ ਇਤਿਹਾਸ ਆ। ਇਹ ਸ਼ਾਮ 6 ਵਜੇ ਵਾਲੀ ਕਲਾਸ ਆ YouTube 'ਤੇ ਜੇ ਦੇਖਿਆ ਜਾਵੇ, ਅਤੇ ਰਾਤੀ 8 ਵਜੇ ਹੁੰਦੀ ਆ ਸਵਿਕਸ ਦੀ ਕਲਾਸ, ਜਿਹਦੇ 'ਚ ਕਿ ਅਸੀਂ ਮਾਸਟਰ ਕੈਡਰ ਦੇ ਲੈਵਲ ਦੀ ਸਵਿਕਸ ਕਵਰ ਕਰ ਰਹੇ ਹਾਂ। ਬਿਕੋਜ਼ ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਕਿ PS ਟੈਟ 2 ਦੀ ਜਿਹੜੀ SST ਦਾ ਲੈਵਲ ਹੋਊਗਾ ਅਤੇ ਮਾਸਟਰ ਕੈਡਰ ਦਾ, ਉਹਦੇ 'ਚ ਇੱਕ ਫ਼ਰਕ ਰੱਖਿਆ ਗਿਆ ਤਾਂ ਜੋ ਆਪੋ ਆਪਣੇ ਹਿਸਾਬ ਨਾਲ ਬੱਚੇ ਤਿਆਰੀ ਕਰਨ। ਖੈਰ, ਸ਼ੁਰੂ ਕਰਦੇ ਹਾਂ ਜੀ, ਜ਼ਿਆਦਾ ਸਮਾਂ ਨਹੀਂ ਖਰਾਬ ਕਰਨਾ। ਭਾਰਤ ਵਿੱਚ ਵਿਦੇਸ਼ੀ ਤਾਕਤਾਂ। ਇਸ ਤੋਂ ਪਹਿਲਾਂ ਅਸੀਂ ਭਾਰਤ 'ਚ ਕਮਜ਼ੋਰ ਮੁਗਲਾਂ ਦਾ ਦੌਰ ਪੜ੍ਹਿਆ। ਹੁਣ ਅਸੀਂ ਸਮਝਾਂਗੇ ਭਾਰਤ 'ਚ ਇੱਕ ਇੱਕ ਕਰਕੇ ਕਿਹੜੀਆਂ ਵਿਦੇਸ਼ੀ ਤਾਕਤਾਂ ਭਾਰਤ 'ਚ ਆਈਆਂ। ਸਭ ਤੋਂ ਪਹਿਲਾਂ ਜਿਹੜੀ ਵਿਦੇਸ਼ੀ ਤਾਕਤ ਭਾਰਤ 'ਚ ਆਈ ਸੀ ਉਹ ਸੀ ਪੁਰਤਗਾਲੀ। ਦੇਖੋ 1498 ਦੇ ਵਿੱਚ ਪੁਰਤਗਾਲੀ ਭਾਰਤ 'ਚ ਆਏ, ਠੀਕ ਆ। ਅਤੇ ਜੇ ਅਸੀਂ ਗੱਲ ਕਰੀਏ ਪੁਰਤਗਾਲ ਦਾ ਜਿਹੜਾ ਰਾਜਾ ਸੀ, ਉਹਨੇ 15ਵੀਂ ਸਦੀ, ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ 1400 ਤੋਂ ਲੈ ਕੇ 1499 ਤੱਕ ਨੂੰ ਅਸੀਂ 15ਵੀਂ ਸਦੀ ਕਹਿੰਦੇ ਹਾਂ। 15ਵੀਂ ਸਦੀ ਦੇ ਵਿੱਚ ਪੁਰਤਗਾਲ ਦਾ ਰਾਜਾ ਸੀ ਪ੍ਰਿੰਸ ਹੈਨਰੀ। ਲੋਕ ਉਹਨੂੰ ਹੈਨਰੀ ਨੈਵੀਗੇਟਰ ਵੀ ਕਹਿੰਦੇ ਸੀ। ਨੈਵੀਗੇਟਰ ਮਤਲਬ ਜਿਹੜਾ ਸਮੁੰਦਰ ਦੇ ਵਿੱਚ ਸਮੁੰਦਰੀ ਜਹਾਜ਼ਾਂ ਨਾਲ ਚਲਾਉਂਦਾ ਹੋਵੇ। ਲੋਕ ਉਹਨੂੰ ਨੈਵੀਗੇਟਰ ਇਸ ਕਰਕੇ ਕਹਿੰਦੇ ਸੀ ਕਿਉਂਕਿ ਉਹਨੂੰ ਸਮੁੰਦਰੀ ਯਾਤਰਾ ਬਹੁਤ ਪਸੰਦ ਸੀ। ਉਹ ਸਮੁੰਦਰ 'ਚੋਂ ਨਿਕਲ ਕੇ ਦੁਨੀਆ ਲੱਭਣੀ ਚਾਹੁੰਦਾ ਸੀ, ਇਸ ਕਰਕੇ ਲੋਕ ਉਹਨੂੰ ਪ੍ਰਿੰਸ ਹੈਨਰੀ ਨੈਵੀਗੇਟਰ ਵੀ ਕਹਿ ਦਿੰਦੇ ਸੀ। ਕਹਿੰਦਾ ਉਹਦੀ ਬਹੁਤ ਜ਼ਿਆਦਾ ਮਿਹਨਤ ਤੋਂ ਬਾਅਦ, ਖੈਰ, ਪੁਰਤਗਾਲੀਆਂ ਨੇ ਸਭ ਤੋਂ ਪਹਿਲਾਂ ਪਹਿਲ ਕੀਤੀ ਅਤੇ ਨਵੀਆਂ ਦੁਨੀਆ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਐਵੇਂ ਹੀ ਇੱਕ ਕੋਸ਼ਿਸ਼ ਸਪੇਨ ਦੇ ਰਾਜੇ ਨੇ ਵੀ ਕੀਤੀ। ਫਿਰ ਸਪੇਨ ਅਤੇ ਪੁਰਤਗਾਲ ਦੇ ਜਿਹੜੇ ਨਾਵਕ ਸੀਗੇ, ਜਿਹੜੇ ਸਮੁੰਦਰੀ ਜਹਾਜ਼ ਚਲਾਉਣ ਵਾਲੇ, ਉਹ ਆਪਸ 'ਚ ਲੜ ਕੇ ਕਿ ਇੱਧਰ ਅਸੀਂ ਜਾਣਾ, ਉੱਧਰ ਤੁਸੀਂ ਜਾਣਾ। ਫਿਰ ਜਿਹੜੇ ਸੰਤ ਸੀਗੇ ਉਸ ਟਾਈਮ, ਜਿਹੜੇ ਈਸਾਈ ਭਾਈਚਾਰੇ ਦੇ ਸੰਤ ਆ, ਉਹਨਾਂ ਨੇ ਟੋਰਡੇਲਾਸ ਦੀ ਸੰਧੀ ਕਰਵਾਈ 1494 ਈਸਵੀ 'ਚ। ਜਿਸ ਸੰਧੀ ਦੇ ਤਹਿਤ ਦੋਵਾਂ ਦੇਸ਼ਾਂ ਨੂੰ, ਸਪੇਨ ਅਤੇ ਪੁਰਤਗਾਲ ਨੂੰ ਕਿਹਾ ਗਿਆ ਕਿ ਆਹ ਇੱਕ ਕਾਲਪਨਿਕ ਲਾਈਨ ਸਮੁੰਦਰ 'ਚ ਖਿੱਚ ਲਓ, ਜਿਹਨੂੰ ਅਸੀਂ ਅੰਧ ਮਹਾਸਾਗਰ ਕਹਿੰਦੇ ਹਾਂ, ਭਾਵ ਅਟਲਾਂਟਿਕ ਓਸ਼ੀਅਨ ਕਹਿੰਦੇ ਹਾਂ। ਉਹਦੇ ਤੋਂ ਇੱਧਰ ਜਿੱਥੇ ਨੀਲਾ ਨੀਲਾ ਲਿਖਿਆ ਹੈ, ਇੱਧਰਲੇ ਪਾਸੇ ਖੋਜ ਕਰੂਗਾ ਪੁਰਤਗਾਲ, ਅਤੇ ਜਿੱਧਰ ਲਾਲ ਲਾਲ ਸਿਸਟਮ ਜਿਹਾ ਹੈ, ਇੱਧਰ ਖੋਜ ਕਰੂਗਾ ਸਪੇਨ। ਸੋ ਇਸ ਤਰੀਕੇ ਨਾਲ ਇੱਕ ਵੰਡ ਟੋਰਡੇਲਾਸ ਦੀ ਸੰਧੀ ਜਿਹੜੀ ਕਿ 1494 'ਚ ਹੋਈ। ਉਸ ਤੋਂ ਬਾਅਦ ਆਹ ਰਾਹ ਲੱਭਿਆ ਸਮੁੰਦਰ ਦੁਨੀਆ ਲੱਭਣ ਵਾਸਤੇ ਕਿਹਨਾਂ ਨੇ? ਪੁਰਤਗਾਲੀਆਂ ਨੇ, ਅਤੇ ਲਾਲ ਲਾਲ ਵਾਲਾ ਸਪੇਨ ਵਾਲਿਆਂ ਨੇ। ਸੋ ਇਸ ਤਰੀਕੇ ਨਾਲ ਟੋਰਡੇਲਾਸ ਦੀ ਸੰਧੀ ਹੁੰਦੀ ਹੈ। ਖੈਰ, ਉਸ ਤੋਂ ਬਾਅਦ ਪੁਰਤਗਾਲੀ ਕੇਪ ਆਫ ਗੁੱਡ ਹੋਪ, ਯਾਦ ਰੱਖਿਓ, ਉਮੀਦ ਦਾ ਬਿੰਦੂ। ਆਹ ਲਓ ਜੀ, ਕਹਿੰਦੇ ਅਫਰੀਕਾ ਦੇ ਥੱਲੇ ਜਿਹੜਾ ਸਭ ਤੋਂ ਥੱਲੜਾ ਪੁਆਇੰਟ ਆ ਨਾ, ਉਹਨੂੰ ਲੋਕ ਕਹਿੰਦੇ ਆ ਚੰਗੀ ਉਮੀਦ ਦਾ ਬਿੰਦੂ, ਕੇਪ ਆਫ ਗੁੱਡ ਹੋਪ। ਉੱਥੋਂ ਦੀ ਲੰਘਦੇ ਹੋਏ ਭਾਰਤ ਤੱਕ ਪਹੁੰਚੇ ਕੈਲੀਕਟ। ਕੈਲੀਕਟ ਅੱਜ ਦੇ ਕੇਰਲਾ ਦਾ ਸ਼ਹਿਰ ਆ। ਸੋ ਉੱਥੇ ਪਹੁੰਚਦਾ ਹੈ ਸਭ ਤੋਂ ਪਹਿਲਾ ਪੁਰਤਗਾਲੀ ਮਿਸ਼ਨ ਵਾਸਕੋ ਡਗਾਮਾ। ਕਹਿੰਦੇ ਵਾਸਕੋ ਡਗਾਮਾ ਸਭ ਤੋਂ ਪਹਿਲਾਂ ਪੁਰਤਗਾਲੀ ਮਿਸ਼ਨ ਲੈ ਕੇ ਕੇਪ ਆਫ ਗੁੱਡ ਹੋਪ ਰਾਹੀਂ ਇੱਥੇ ਆਇਆ। ਅਤੇ ਜਿਹੜੇ ਉਸ ਟਾਈਮ ਕੇਰਲਾ ਦਾ ਲੋਕਲ ਵੰਸ਼ ਸੀ ਉੱਥੇ, ਜ਼ੈਮੋਰੀਨ ਵੰਸ਼ ਦੇ ਰਾਜੇ ਨੇ ਉਹਨਾਂ ਦਾ ਸਵਾਗਤ ਕੀਤਾ। ਸੋ ਆਹ ਇੱਕ ਸਵਾਗਤ ਦੀ ਫੋਟੋ ਆ। ਅਤੇ ਇਸ ਤੋਂ ਬਾਅਦ ਵਾਸਕੋ ਡਗਾਮਾ ਵਾਪਸ ਚਲੇ ਗਿਆ। ਫਿਰ ਦੂਜਾ ਮਿਸ਼ਨ ਆਇਆ, ਉਹ ਆਇਆ ਪੈਡਰੋ ਅਲਵਾਰਸ ਦੇ ਅੰਤਰਗਤ। ਸੋ ਇਹ ਦੂਸਰਾ ਮਿਸ਼ਨ ਭਾਰਤ ਆਇਆ। ਇਹਨਾਂ ਨੇ ਆ ਕੇ ਫਿਰ ਭਾਰਤ ਦੇ ਵਿੱਚ ਫੈਕਟਰੀਆਂ ਲਾਈਆਂ। ਜਦੋਂ ਭਾਰਤ ਦਾ ਦੱਖਣੀ ਹਿੱਸਾ ਇਹ ਆ, ਇੱਥੇ ਇਹ ਕੈਲੀਕਟ ਪਹੁੰਚੇ। ਜਦੋਂ ਇਹ ਪਹੁੰਚੇ, ਉਸ ਟਾਈਮ ਤੱਕ ਭਾਰਤ ਦਾ ਵਪਾਰ ਆਲਰੇਡੀ ਚੱਲ ਰਿਹਾ ਸੀ। ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਇਸ ਇਲਾਕੇ ਨੂੰ ਅਸੀਂ ਅਰਬ ਕਹਿੰਦੇ ਹਾਂ। ਅਰਬ ਵਾਲੇ ਭਾਰਤ ਦੇ ਦੱਖਣੀ ਭਾਰਤ ਨਾਲ, ਕੈਲੀਕਟ ਨਾਲ, ਕੇਰਲਾ ਨਾਲ ਉਸ ਟਾਈਮ ਵਪਾਰ ਕਰਦੇ ਸੀ। ਜਦੋਂ ਪੁਰਤਗਾਲੀ ਆ ਗਏ ਤਾਂ ਜਿਹੜੇ ਇੱਧਰਲੇ ਪਾਸੇ ਉਹ ਸੀ ਅਰਬੀ, ਉਹਨਾਂ ਦਾ ਵਪਾਰ ਬਹੁਤ ਪ੍ਰਭਾਵਿਤ ਹੋਇਆ। ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਸੀ ਕਿ ਭਾਰਤ ਦੇ ਜ਼ੈਮੋਰਿਨ ਦੇ ਰਾਜੇ ਆ ਜਿਹੜੇ, ਇਹਨਾਂ ਨੇ ਪੁਰਤਗਾਲੀਆਂ ਨੂੰ ਭਾਰਤ 'ਚ ਵਪਾਰ ਕਰਨ ਦੀ ਇਜਾਜ਼ਤ, ਭਾਵ ਕਿ ਪਰਮਿਸ਼ਨ ਕਿਉਂ ਦੇਤੀ। ਸੋ ਅਰਬੀ ਬੜੀ ਈਰਖਾ ਕਰਦੇ ਸੀ। ਸੋ ਅਰਬੀਆਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਭਾਰਤ 'ਚ ਇਹ ਰੋਕਿਆ ਜਾਵੇ। ਖੈਰ, ਜਦੋਂ ਪੁਰਤਗਾਲੀ ਭਾਰਤ 'ਚ ਆਏ ਸੀ ਤਾਂ 1500 ਈਸਵੀ 'ਚ ਉਹਨਾਂ ਨੇ ਕੈਲੀਕਟ 'ਚ ਆਪਣੀ ਪਹਿਲੀ ਫੈਕਟਰੀ ਲਾਤੀ।
ਫਿਰ ਅਰਬੀਆਂ ਨੇ ਬੜਾ ਲੰਮਾ ਸਮਾਂ ਸ਼ਿਕਾਇਤਾਂ ਕਰਦੇ ਰਹੇ, ਅਰਬੀ ਲੋਕ, ਇਜਿਪਟ ਤੇ ਅਰਬ ਭਾਰਤ ਨਾਲ ਪਹਿਲਾਂ ਹੀ ਵਪਾਰ 'ਚ ਸੀਗੇ ਕਿ ਤੁਸੀਂ ਇਹਨਾਂ ਨੂੰ ਭਜਾਓ, ਇਹ ਚੰਗੇ ਬੰਦੇ ਨਹੀਂ। ਫਿਰ ਪ੍ਰੈਸ਼ਰ 'ਚ ਦਬਾਅ 'ਚ ਆ ਕੇ 1525 'ਚੋਂ ਪਹਿਲਾ ਕਾਰਖਾਨਾ ਬਾਅਦ 'ਚ ਬੰਦ ਹੋ ਗਿਆ ਸੀ। ਪਰ ਉਦੋਂ ਤੱਕ ਪੁਰਤਗਾਲੀ ਭਾਰਤ 'ਚ ਕੋਚੀਨ, ਗੋਆ, ਦਮਨ, ਦਿਊ, ਸਲਸੇਟ, ਬਸੀਨ, ਇਹ ਸਲਸੇਟ ਤੇ ਬਲਸੀਨ 2 ਟਾਪੂ ਨੇ। ਇਹਨਾਂ ਟਾਪੂਆਂ 'ਤੇ ਜੇ ਕੋਈ ਮੈਨੂੰ ਪੁੱਛੇ ਕੀ ਆ, ਅੱਜ ਦਾ ਬੰਬੇ ਸ਼ਹਿਰ ਵਸਿਆ ਹੋਇਆ ਹੈ। ਸੋ ਇਸ ਇਲਾਕੇ ਤੇ ਭਾਵ ਕਿ ਤੁਸੀਂ ਮੈਨੂੰ ਇਹ ਕਹਿ ਸਕਦੇ ਹੋ ਕਿ ਸਰ ਕੀ ਇਹ ਗੱਲ ਸੱਚ ਆ ਕਿ ਪੂਰੀ ਪੱਛਮੀ ਬੰਦਰਗਾਹ ਦਾ ਕਾਫੀ ਵੱਡਾ ਹਿੱਸਾ ਜਿਹੜਾ ਸੀ ਉਹ ਪੁਰਤਗਾਲੀਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ? ਬਿਲਕੁਲ ਸਹੀ ਗੱਲ ਆ। ਪੁਰਤਗਾਲੀ ਭਾਰਤ ਦੇ ਪੱਛਮੀ ਤੱਟ ਨੂੰ ਆਪਣੇ ਕੰਟਰੋਲ 'ਚ ਰੱਖਦੇ ਆ। ਸਾਰੇ ਦਮਨ, ਦਿਊ, ਬਸੀਨ, ਸੈਲਸਟਾਈਸ ਸਾਰੇ ਇੱਧਰਲੇ ਪਾਸੇ ਹੀ ਆ ਸਾਰੇ ਸ਼ਹਿਰ ਜਿਹੜੇ ਆ। ਸੋ ਇੱਥੇ ਉਹਨਾਂ ਨੇ ਆਪਣੀਆਂ ਵਪਾਰਕ ਜਿਹੜੀਆਂ ਉਹ ਸੀਗੀਆਂ ਬਸਤੀਆਂ ਸਥਾਪਿਤ ਕੀਤੀਆਂ। ਅੱਗੇ ਜਾਣ ਤੋਂ ਪਹਿਲਾਂ ਮੈਂ ਦੱਸਦਾ ਕਿ ਮਾਸਟਰ ਕਲਾਸਿਸ ਪਟਿਆਲਾ 'ਤੇ ਜੇ ਕਦੀ ਵੀ ਤੁਸੀਂ ਕੋਈ ਵੀ ਪਲੇਟਫਾਰਮ ਨਾਲ ਜੁੜਨਾ ਚਾਹੁੰਦੇ ਹੋ ਤਾਂ ਆਹ ਸਾਡਾ ਆਫੀਸ਼ੀਅਲ ਨੰਬਰ ਹੈਗਾ ਇੱਕ। ਅਤੇ ਇੱਕ ਗੱਲ ਹੋਰ, ਤੁਸੀਂ ਸਾਡੇ ਕੋਲ ਜੇ ਤੁਸੀਂ ਪੜ੍ਹ ਰਹੇ ਹੋ ਤਾਂ ਸਾਡੇ ਕੋਲ ਤੁਹਾਨੂੰ ਸਾਰਾ ਕੰਟੈਂਟ ਇੰਗਲਿਸ਼ ਪੰਜਾਬੀ ਮੀਡੀਅਮ 'ਚ ਅਵੇਲੇਬਲ ਹੋਊਗਾ। ਈਵਨ ਕਿ ਮੈਂ ਮਾਸਟਰ ਕਲਾਸਿਸ ਟੀਚਿੰਗ ਕੋਰਸਿਸ ਦਾ ਚੈਨਲ ਆ ਜਿਹੜਾ, ਕਿਸੇ ਨੂੰ ਨਹੀਂ ਵੀ ਮਿਲਦਾ ਉਹ ਇਸ ਨੰਬਰ 'ਤੇ ਵਟਸਐਪ ਕਰਕੇ ਲਿਖ ਦੇ ਕਿ ਟੀਚਿੰਗ ਕੋਰਸਿਸ ਟੈਲੀਗ੍ਰਾਮ ਚੈਨਲ ਲਿੰਕ ਭੇਜੋ ਤਾਂ ਉਹ ਭੇਜ ਦੇਣਗੇ। ਤੁਸੀਂ ਸਾਡੀ ਐਪ 'ਤੇ ਜਾਓਗੇ ਤਾਂ PSSB ਦੀ ਤਿਆਰੀ ਕਰਨ ਵਾਲੇ ਆਹ ਕੋਰਸ, PCS ਪ੍ਰੀ ਅਤੇ ਮੇਨਸ ਦੀ ਪੰਜਾਬੀ ਮਾਧਿਅਮ ਵਾਲੇ, ਅਤੇ PCS ਪ੍ਰੀ ਅਤੇ PPSC ਦੇ ਵੱਡੇ ਪੇਪਰਾਂ ਵਾਲੇ। ਪਰ ਇਸ ਤੋਂ ਬਿਨਾਂ ਜਿਹੜੇ ਸਟੂਡੈਂਟ ਸਾਡੇ ਨਾਲ ਜੁੜਨਾ ਚਾਹੁੰਦੇ ਆ ਟੀਚਿੰਗ ਕੋਰਸਿਸ ਲਈ, PS TET 1 ETT, PS TET 2, PS TET 2 ਸਾਇੰਸ ਮੈਥ, ਮਾਸਟਰ ਕੈਡਰ ਲੈਕਚਰਰ, ਤਾਂ ਸੇਮ ਐਪ ਆ ਸਾਡੀ ਮਾਸਟਰ ਕਲਾਸਿਸ ਪਟਿਆਲਾ ਐਂਡਰੋਇਡ 'ਤੇ ਅਤੇ ਆਈਫੋਨ 'ਤੇ। ਉਹਦਾ ਨਾਮ ਮਾਈ ਇੰਸਟੀਟਿਊਟ ਅਤੇ ਕੋਡ ਆ। ਉਹਦੇ 'ਤੇ ਟੈਬਾਂ ਬਣੀਆਂ ਹੋਈਆਂ। PSSB ਦੀ ਟੈਬ 'ਤੇ ਜਾਓਗੇ ਤਾਂ ਉਹਦੇ ਕੋਰਸ ਖੁੱਲ੍ਹ ਜਾਣਗੇ, ਟੀਚਿੰਗ ਟੈਬ 'ਤੇ ਜਾਓਗੇ ਤਾਂ ਟੀਚਿੰਗ ਵਾਲੇ ਖੁੱਲ੍ਹ ਜਾਣਗੇ। ਉਮੀਦ ਕਰਦਾ ਕਿ ਸਾਰਾ ਸਮਝ ਆ ਗਿਆ। ਨਹੀਂ ਤਾਂ ਐਪ ਦੇ ਵਿੱਚ ਜਾ ਕੇ ਮੈਸੇਜ ਡਰੋਪ ਕਰ ਦਿਓ, ਤੁਹਾਡਾ ਮੈਸੇਜ ਸਾਡੇ ਤੱਕ ਪਹੁੰਚ ਜਾਊਗਾ। ਖੈਰ ਅੱਗੇ ਆ ਜਾਓ, ਅੱਗੇ ਚੱਲਦੇ ਹਾਂ ਜੀ ਆਪਾਂ। ਅਗਲਾ ਮਸਲਾ ਇਹ ਸੀਗਾ ਕਿ 1505 'ਚ ਫਰੈਂਕੀਜ਼ ਐਲਮੇਡਾ ਕਹਿੰਦੇ ਆ ਜੀ ਇਹ ਕਾਫੀ ਤਾਕਤਵਰ ਪੁਰਤਗਾਲੀ ਗਵਰਨਰ ਸੀਗਾ। ਇਹ ਭਾਰਤ 'ਚ ਇਸ ਤੋਂ ਪਹਿਲਾਂ ਤਾਂ ਸਿਰਫ ਭੇਜਿਆ, ਕਿਸੇ ਨੂੰ ਅਹੁਦਾ ਨਹੀਂ ਦਿੱਤਾ। ਫਰੈਂਕੀਆਜ਼ ਐਲਮੇਡਾ ਭਾਰਤ 'ਚ ਆਉਣ ਵਾਲਾ ਪਹਿਲਾ ਸ਼ਖਸ ਸੀਗਾ ਪੁਰਤਗਾਲੀ ਜਿਹਨੂੰ ਭਾਰਤ 'ਚ ਗਵਰਨਰ ਭਾਵ ਵਾਇਸਰਾਏ ਦਾ ਕੱਦ ਮਿਲਿਆ। ਸੋ ਖੈਰ ਉਹ ਭਾਰਤ ਦੇ ਵਿੱਚ ਆਇਆ, ਉਹਨੇ ਭਾਰਤ 'ਚ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ। ਉਹਨੇ ਭਾਰਤ ਦੇ ਵਿੱਚ ਸਮੁੰਦਰ ਦੇ ਵਿੱਚ ਕਈ ਲੜਾਈਆਂ ਲੜੀਆਂ। ਭਾਰਤ ਦੇ ਸਮੁੰਦਰ 'ਚ ਕਿਹਦੇ ਨਾਲ ਲੜਾਈਆਂ ਲੜੀਆਂ ਹੋਣਗੀਆਂ? ਉਹਨੇ ਇਜਿਪਟ ਅਤੇ ਅਰਬ, ਮਿਸਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਜਿਪਟ ਨੂੰ, ਮਿਸਰ ਦੇ ਲੋਕ ਅਤੇ ਅਰਬ ਦੇ ਲੋਕਾਂ ਨਾਲ ਬੜਾ ਕਲੇਸ਼ ਰਿਹਾ ਉਹਦਾ, ਕਿਉਂਕਿ ਉਹ ਪੁਰਾਣੇ ਤੌਰ 'ਤੇ ਵਪਾਰ ਕਰ ਰਹੇ ਸੀ। ਭਾਰਤ 'ਚ ਉਹਨਾਂ ਨੂੰ ਵਪਾਰ ਕਰਦਿਆਂ ਨੂੰ 700 ਸਾਲ ਹੋ ਗਏ ਸੀ ਦੱਖਣੀ ਭਾਰਤ 'ਚ ਅਰਬ ਲੋਕਾਂ ਨੂੰ। ਸੋ ਉਹਨਾਂ ਦੇ ਨਾਲ ਕਈ ਲੜਾਈਆਂ ਲੜੀਆਂ। ਸੋ ਸਮੁੰਦਰ ਦੀਆਂ ਲਹਿਰਾਂ 'ਚ ਇਹਨੇ ਆਪਣੀਆਂ ਤਾਕਤਵਰ ਸਮੁੰਦਰੀ ਕਿਸ਼ਤੀਆਂ ਦੀ ਮਦਦ ਨਾਲ ਮਿਸਰ ਦੇ ਲੋਕ ਭਾਵ ਇਜਿਪਟ ਦੇ ਲੋਕ ਅਤੇ ਅਰਬ ਦੇ ਲੋਕ ਭਾਵ ਸਾਊਦੀ ਅਤੇ ਇਰਾਕ, ਈਰਾਨ ਦੇ ਲੋਕਾਂ ਨੂੰ ਬੁਰੇ ਤਰੀਕੇ ਨਾਲ ਹਰਾਇਆ। ਇਹਦੀ ਇਸੇ ਨੀਤੀ ਨੂੰ ਕਹਿੰਦੇ ਆ ਨੀਲੇ ਪਾਣੀ ਦੀ ਨੀਤੀ। ਨੀਲੇ ਪਾਣੀ ਦੀ ਨੀਤੀ ਦਾ ਮਤਲਬ ਆ ਸਮੁੰਦਰ ਦੇ ਵਿੱਚ ਲੜਾਈਆਂ ਲੜ ਕੇ ਆਪਣੇ ਰਾਜ ਨੂੰ ਸਥਾਪਿਤ ਕਰਨਾ। ਸੋ ਇਸ ਤਰੀਕੇ ਨਾਲ ਫਰੈਂਕੀਆਜ਼ ਐਲਮੇਡਾ ਭਾਰਤ ਵਿੱਚ ਪੁਰਤਗਾਲੀਆਂ ਦੇ ਪਹਿਲੇ ਗਵਰਨਰ ਦੇ ਤੌਰ 'ਤੇ ਮਸ਼ਹੂਰ ਹੁੰਦਾ ਹੈ। ਆ ਜਾਓ ਅੱਗੇ ਚੱਲਦੇ ਹਾਂ ਜੀ। ਖੈਰ ਉਸ ਤੋਂ ਬਾਅਦ ਆ ਗਿਆ ਐਲਬਰੂਕੀ, ਬੜਾ ਮਸ਼ਹੂਰ ਨਾਮ ਆ ਡੀ ਐਲਬਰੂਕੀ। ਇਹ ਦੂਜਾ ਗਵਰਨਰ ਸੀ, ਪਰ ਇਹਦੇ ਬਾਰੇ ਅਕਸਰ ਇੱਕ ਗੱਲ ਕਹੀ ਜਾਂਦੀ ਆ ਕਿ ਪੁਰਤਗਾਲੀ ਸ਼ਕਤੀ ਦਾ ਅਸਲੀ ਸੰਸਥਾਪਕ ਭਾਰਤ ਵਿੱਚ ਇਹੀ ਸੀ। ਇਹਨੇ 1509 'ਚ ਭਾਰਤ 'ਚ ਅੱਜ ਦੇ ਕਰਨਾਟਕਾ ਦੇ ਵਿੱਚ ਇੱਕ ਬੀਜਾਪੁਰ ਇਲਾਕਾ ਹੁੰਦਾ ਸੀ ਉਦੋਂ, ਇਸ ਇਲਾਕੇ ਨੂੰ ਉਦੋਂ ਬੀਜਾਪੁਰ ਕਹਿੰਦੇ ਸੀ। ਇੱਥੋਂ ਦਾ ਰਾਜਾ ਸੀ ਅਦਿਲ ਸ਼ਾਹ, ਉਹਦੇ ਤੋਂ ਖੋਹ ਲਿਆ ਗੋਆ, ਬੜਾ ਮਸ਼ਹੂਰ ਇਲਾਕਾ, ਬੰਦਰਗਾਹ ਸੀ ਇੱਕ ਬਹੁਤ ਮਸ਼ਹੂਰ। ਸੋ ਬੀਜਾਪੁਰ ਦੇ ਸ਼ਾਸਕ ਤੋਂ ਇਹਨੇ ਕੀ ਆ ਗੋਆ ਖੋਹ ਲਿਆ। ਫਿਰ ਉਸ ਤੋਂ ਬਾਅਦ ਇਹਨੇ ਦੱਖਣੀ ਪੂਰਬੀ ਏਸ਼ੀਆ 'ਚ ਮਲੱਕਾ ਇੱਥੇ ਆ ਜੀ ਇਲਾਕਾ ਮਲੱਕਾ ਇੱਕ ਛੋਟੀ ਜਿਹੀ ਪਾਣੀ ਦਾ ਛੋਟਾ ਜਿਹਾ ਜਲਾਸ਼ਯ ਹੈ, ਇੱਕ ਛੋਟੀ ਜਿਹੀ ਵਾਟਰ ਬਾਡੀ ਆ ਜਿਹਨੂੰ ਅਸੀਂ ਜਲਮਾਰਗ ਡਮਰੂ ਵੀ ਕਹਿ ਦਿੰਦੇ ਹਾਂ। ਜਲਮਾਰਗ ਡਮਰੂ ਇਹੋ ਜਿਹਾ ਇੱਕ ਪਾਣੀ ਦਾ ਛੋਟਾ ਟੋਭਾ ਜਾਂ ਦਰਿਆ ਹੁੰਦਾ ਹੈ ਜਿਹੜਾ ਦੋ ਸਮੁੰਦਰਾਂ ਨੂੰ ਜੋੜਦਾ ਹੋਵੇ, ਸਟ੍ਰੇਟ ਇਹਨੂੰ ਅੰਗਰੇਜ਼ੀ 'ਚ ਕਹਿ ਦਿੰਦੇ ਆ। ਸੋ ਮਲੱਕਾ ਤੱਕ 'ਤੇ ਕਬਜ਼ਾ ਕਰ ਲਿਆ। ਮਲੱਕਾ ਦੇ ਇੱਕ ਪਾਸੇ ਸਿੰਗਾਪੁਰ ਆ, ਇੱਕ ਪਾਸੇ ਇੰਡੋਨੇਸ਼ੀਆ। ਉਹ 'ਚੋਂ ਛੋਟਾ ਜਿਹਾ ਦਰਿਆ ਜਿਹੜਾ ਅੰਡੇਮਾਨ ਸਮੁੰਦਰ ਨੂੰ ਅੱਗੇ ਜਾ ਕੇ ਜਾਵਾ ਸਮੁੰਦਰ ਨਾਲ ਅਤੇ ਅਗਲੇ ਪਾਸੇ ਪਰਾਂ ਨੂੰ ਪਰਲੇ ਪਾਸੇ ਜਾ ਕੇ ਪ੍ਰਸ਼ਾਂਤ ਮਹਾਸਾਗਰ ਨਾਲ ਜੋੜਦਾ ਹੈ।
ਜਦੋਂ ਤੁਸੀਂ ਇਹੋ ਜਿਹੇ ਦਰਿਆਵਾਂ 'ਤੇ ਕਬਜ਼ਾ ਕਰ ਲੈਂਦੇ ਹੋ ਤਾਂ ਤੁਸੀਂ ਇੱਕ ਸਮੁੰਦਰ 'ਚੋਂ ਸਿੱਧੀ ਐਂਟਰੀ ਦੂਜੇ ਸਮੁੰਦਰ 'ਚ ਲੈ ਜਾਂਦੇ ਹੋ। ਸੋ ਇਸ ਬੰਦੇ ਨੇ ਭਾਰਤ 'ਚ ਅਸਲੀ ਤਾਕਤ ਨੂੰ ਸਥਾਪਿਤ ਕੀਤਾ ਤੇ ਇਹ ਦੱਸਿਆ ਕਿ ਪੁਰਤਗਾਲੀ ਭਾਰਤ 'ਚ ਆ ਗਏ ਆ। ਸੋ 1510 ਤੱਕ ਪਹੁੰਚਦੇ 1510 11 ਤੱਕ ਪਹੁੰਚਦੇ ਇਹ ਤਾਕਤ ਪੁਰਤਗਾਲੀਆਂ ਦੀ ਆ ਗਈ। ਸੋ ਫਿਰ ਪਹਿਲਾਂ ਕੈਲੀਕਟ ਉਹਨਾਂ ਦਾ ਉਹ ਸੀ ਹੈੱਡਕੁਆਟਰ, ਫਿਰ ਇਹਨਾਂ ਦਾ ਹੈੱਡਕੁਆਟਰ ਬਣ ਗਿਆ ਗੋਆ। ਸੋ ਗੋਆ 'ਚ ਇਹਨਾਂ ਨੇ ਆਪਣਾ ਹੈੱਡਕੁਆਟਰ ਬਣਾਇਆ। ਜਿਹੜਾ ਕੈਲੀਕਟ ਸੀ ਪਹਿਲਾਂ ਜਦੋਂ ਪਹਿਲੀ ਫੈਕਟਰੀ ਲਾਈ, ਉਸ ਤੋਂ ਬਾਅਦ ਇਹ ਕੋਚੀਨ ਗਿਆ, ਇਹ ਵੀ ਕੇਰਲਾ 'ਚ। ਪਰ ਫਾਈਨਲੀ ਜੇ ਕੋਈ ਮੈਨੂੰ ਪੁੱਛੇ ਕਿ ਮੁੱਖ ਹੈੱਡਕੁਆਟਰ ਇਹਨਾਂ ਦਾ ਕਿੱਥੇ ਸੀਗਾ, ਉਹ ਜਦੋਂ ਇਹਨਾਂ ਨੇ 1510 ਦੇ ਵਿੱਚ ਅਦਲ ਸ਼ਾਹ ਤੋਂ ਗੋਆ ਜਿੱਤਿਆ ਤਾਂ ਫਿਰ ਇਹਨਾਂ ਨੇ ਗੋਆ ਨੂੰ ਹੈੱਡਕੁਆਟਰ ਬਣਾ ਲਿਆ। 1530 ਦੇ ਵਿੱਚ ਨੀਨੋ ਕੂਨਾ ਨੇ, ਜਿਹੜਾ ਇਹਨਾਂ ਦਾ 1530 ਦੇ ਵਿੱਚ ਗਵਰਨਰ ਸੀ ਕਾਫੀ ਅੱਗੇ ਜਾ ਕੇ, ਉਹਨੇ ਤਾਂ ਫਿਰ ਰਾਜਧਾਨੀ ਵੀ ਕੋਚੀਨ ਤੋਂ ਸ਼ਿਫਟ ਕਰਕੇ ਗੋਆ ਚੱਕ ਲੈ ਗਿਆ ਸੀਗਾ। ਸੋ ਇਹ ਗੱਲ ਬਹੁਤ ਮਸ਼ਹੂਰ ਆ। ਉਸ ਤੋਂ ਬਾਅਦ ਆਪਣੇ ਕੋਲ ਸਭ ਤੋਂ ਇੰਪੋਰਟੈਂਟ ਗੱਲ ਇਹ ਆ, ਇਹਨਾਂ ਦਾ ਸਭ ਤੋਂ ਮਸ਼ਹੂਰ ਸਿਸਟਮ ਸੀ ਕਾਰਟਾਜ ਸਿਸਟਮ। ਸਮੁੰਦਰ ਦੇ ਵਿੱਚ ਲੁੱਟ ਖੋਹ ਕਰਕੇ ਦੂਜਿਆਂ ਦੇਸ਼ਾਂ ਦੀਆਂ ਵਪਾਰਾਂ ਨੂੰ ਲੁੱਟ ਲੈਣਾ, ਖੋਹ ਲੈਣਾ, ਉਹਨਾਂ ਦਾ ਸਮਾਨ ਲੁੱਟ ਲੈਣਾ ਤੇ ਸਮੁੰਦਰ ਦੇ ਵਿੱਚ ਇਹ ਕਹਿਣਾ ਕਿ ਇੱਥੋਂ ਤੁਸੀਂ ਸਾਨੂੰ ਟੈਕਸ ਦਿੱਤੇ ਬਿਨਾਂ ਨਹੀਂ ਲੰਘ ਸਕਦੇ। ਸੋਚ ਕੇ ਦੇਖੋ, ਧਰਤੀ 'ਤੇ ਨਹੀਂ ਸਮੁੰਦਰ 'ਚ ਟੈਕਸ ਲਾਉਣਾ। ਸਮੁੰਦਰ ਦੇ ਵਿੱਚ ਕਰ ਲਾਉਣ ਦੀ ਪ੍ਰਣਾਲੀ ਨੂੰ ਕਿਹਾ ਗਿਆ ਕਾਰਟੇਜ ਸਿਸਟਮ। ਤੇ ਪੇਪਰ 'ਚ ਆਉਂਦਾ ਹੁੰਦਾ ਕਿ ਕਾਰਟੇਜ ਸਿਸਟਮ ਕਿਸ ਈਸਟ ਇੰਡੀਆ ਕੰਪਨੀ ਦੀ ਭਾਰਤ 'ਚ ਪ੍ਰਣਾਲੀ ਸੀ। ਕਾਰਟੇਜ ਸਿਸਟਮ ਹੁੰਦਾ ਕੀ ਆ, ਪੇਪਰ 'ਚ ਇਹ ਵੀ ਆ ਸਕਦਾ ਹੈ। ਜਿਵੇਂ ਤੁਹਾਡੇ ਪੇਪਰਾਂ ਦੇ ਵਿੱਚ ਸਵਾਲ ਆ ਰਹੇ ਆ, ਜਿਵੇਂ ਇੱਕ ਪੇਪਰ 'ਚ ਮੈਂ ਸਵਾਲ ਪੁੱਛਿਆ ਸੀ ਕਿ ਪ੍ਰਚਿਸ਼ਟੀਆਂ ਕੀ ਹੁੰਦੀਆਂ ਹੈ, ਸੋ ਐਵੇਂ ਦਾ ਸਵਾਲ ਆ ਸਕਦਾ ਹੈ ਕਿ ਕਾਰਟੇਜ ਸਿਸਟਮ ਕੀ ਸੀ। ਸੋ ਐਵੇਂ ਦਾ ਸਵਾਲ ਪੇਪਰ 'ਚ ਸਿੱਧਾ ਬਣੂਗਾ, ਸਾਨੂੰ ਬਹੁਤ ਇੰਪੋਰਟੈਂਟ ਆ ਸਾਡੇ ਵਾਸਤੇ। ਸੋ ਪੁਰਤਗਾਲੀ ਤਾਕਤ ਬਾਰੇ ਅਸੀਂ ਸਮਝਿਆ ਕਿ ਪੁਰਤਗਾਲੀਆਂ ਦੇ ਭਾਰਤ 'ਚ ਆਉਣ ਦਾ ਜਿਹੜਾ ਪੈਟਰਨ ਸੀਗਾ, ਪੁਰਤਗਾਲੀ ਆਪਣੀ ਲਿਪਸਨ ਰਾਜਧਾਨੀ ਤੋਂ ਅਫਰੀਕਾ ਨੂੰ ਕੱਟਦੇ ਹੋਏ, ਅਫਰੀਕਾ ਦਾ ਸਭ ਤੋਂ ਥੱਲੜਾ ਬਿੰਦੂ ਕੇਪ ਆਫ ਗੁੱਡ ਹੋਪ, ਉੱਥੋਂ ਬਾਅਦ 'ਚ ਨਿਕਲਦੇ ਆ ਅਰਬ ਦਾ ਇਲਾਕਾ ਹੋ ਗਿਆ। ਇੱਧਰੋਂ ਆਉਂਦੇ ਆ ਇੱਥੇ ਕੋਚੀਨ, ਕੈਲੀਕਟ, ਆ ਭਾਰਤ ਦੀ ਪੂਰੀ ਪੱਛਮੀ ਬੰਦਰਗਾਹ ਹੋ ਗਈ, ਇੱਥੋਂ ਤੱਕ ਪਹੁੰਚੇ। ਠੀਕ ਆ। ਸੋ ਉਮੀਦ ਕਰਦਾ ਕਿ ਇਹ ਕਹਾਣੀ ਚੰਗੀ ਤਰ੍ਹਾਂ ਸਮਝ ਆ ਗਈ ਆ। ਸੋ ਇਹ ਬਹੁਤ ਕਨਸੈਪਟ ਕਲੀਅਰ ਕਰਨ ਵਾਸਤੇ ਜ਼ਰੂਰੀ ਸੀ, ਇਹ ਮੈਪ ਬਹੁਤ ਦਿਖਾਉਣਾ ਜ਼ਰੂਰੀ ਸੀਗਾ। ਆ ਜਾਓ ਹੁਣ ਜੇ ਕੋਈ ਕਵੇ ਕਿ ਪੁਰਤਗਾਲੀ ਭਾਰਤ 'ਚ ਕੀ ਲੈ ਕੇ ਆਏ, ਪੁਰਤਗਾਲੀ ਭਾਰਤ 'ਚ ਤੰਬਾਕੂ ਦੀ ਖੇਤੀ, ਜਹਾਜ਼ ਬਣਾਉਣ ਦਾ ਤਰੀਕਾ, ਮੇਨ ਜਿਹੜੇ ਟੈਕਨੀਕਲ ਤਰੀਕੇ ਨਾਲ, ਪ੍ਰਿੰਟਿੰਗ ਪ੍ਰੈਸ ਇਹ ਲੈ ਕੇ ਆਏ, ਆਲੂ ਇਹ ਲੈ ਕੇ ਆਏ, ਚਿੱਲੀ ਮਤਲਬ ਕਿ ਕਹਿ ਲਓ ਆਪਣੀ ਮਿਰਚ ਇਹ ਲੈ ਕੇ ਆਏ। ਸੋ ਇਹ ਚੀਜ਼ਾਂ ਇਹਨਾਂ ਨਾਲ। ਅਤੇ ਸਭ ਤੋਂ ਵੱਡੀ ਗੱਲ, ਅਸੀਂ ਨਾ ਗੋਥਿਕ ਕਹਿ ਲਓ ਆਰਕੀਟੈਕਚਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਆ, ਤਾਂ ਇਹ ਜਿਹੜਾ ਗੋਥਿਕ ਉਹ ਸੀਗਾ ਆਰਕੀਟੈਕਚਰ ਇਹ ਲੈ ਕੇ ਆਏ। ਮਤਲਬ ਕਿ ਬਿਲਡਿੰਗਾਂ ਬਣਾਉਣ ਦਾ ਇੱਕ ਅਜਿਹਾ ਤਰੀਕਾ, ਜਿਵੇਂ ਆਪਾਂ ਪੁਰਾਣੀਆਂ ਚਰਚਾਂ ਲੰਮੀਆਂ ਬਿਲਡਿੰਗਾਂ ਐਂ ਦੇਖਦੇ ਹਾਂ। ਸੋ ਉਹ ਜਿਹੜੀਆਂ ਐਂ ਬਿਲਡਿੰਗਸ ਬਣਦੀਆਂ, ਜਿਹੜੀਆਂ ਇਸ ਤਰੀਕੇ ਦੀਆਂ ਚਰਚਾਂ ਸਾਨੂੰ ਦਿਸਦੀਆਂ, ਉਹ ਬੇਸਿਕਲੀ ਗੋਥਿਕ ਆਰਕੀਟੈਕਚਰ ਆ। ਇੱਕ ਅਜਿਹੇ ਪ੍ਰਕਾਰ ਦੀ ਭਵਨ ਕਲਾ, ਆਰਕੀਟੈਕਚਰ ਦੀ ਪੰਜਾਬੀ ਹੁੰਦੀ ਆ ਭਵਨ ਕਲਾ, ਇੱਕ ਅਜਿਹੇ ਪ੍ਰਕਾਰ ਦੀ ਭਵਨ ਕਲਾ ਜਿਹੜੀ ਪੁਰਤਗਾਲ ਤੋਂ ਜਾਂ ਯੂਰਪ ਤੋਂ ਭਾਰਤ 'ਚ ਆਈ ਆ, ਉਹ ਗੋਥਿਕ ਭਵਨ ਕਲਾ ਹੈ। ਭਾਰਤ 'ਚ ਗੋਥਿਕ ਭਵਨ ਕਲਾ ਲੈ ਕੇ ਆਉਣ ਵਾਲੀ ਸਭ ਤੋਂ ਪਹਿਲੀ ਕੰਪਨੀ ਕਿਹੜੀ ਸੀ? ਪੁਰਤਗਾਲੀ ਈਸਟ ਇੰਡੀਆ ਕੰਪਨੀ। ਇਹ ਭਾਰਤ 'ਚ 1500 'ਚ ਆ ਗਏ ਅਤੇ ਹੌਲੀ ਹੌਲੀ ਆਪਾਂ ਨੂੰ ਸਥਾਪਿਤ ਕਰਦੇ ਰਹੇ। ਅਤੇ ਇਹਨਾਂ ਦੇ ਆਏ ਤਾਂ 1498 'ਚ ਸੀ ਸਭ ਤੋਂ ਪਹਿਲਾਂ, ਪਰ 1500 'ਚ ਇਹਨਾਂ ਨੇ ਆਪਣੀ ਫੈਕਟਰੀ ਲਾਈ। ਅਤੇ ਤੁਹਾਨੂੰ ਪਤਾ 1602 ਤੋਂ ਬਾਅਦ ਭਾਰਤ 'ਚ ਅੰਗਰੇਜ਼ ਆ ਗਏ। 1602 ਤੋਂ ਬਾਅਦ 1602 ਤੋਂ ਬਾਅਦ ਆਏ ਅੰਗਰੇਜ਼ਾਂ ਨੂੰ ਜੇ ਮੈਂ ਪੁੱਛਾਂ ਕਿ 1612 'ਚ ਕਿੰਨੇ ਸਾਲ ਹੋਏ ਹੋਣਗੇ, ਤੁਸੀਂ ਕਹੋਗੇ ਸਰ 10 ਸਾਲ। ਅਤੇ ਪੁਰਤਗਾਲੀਆਂ ਨੂੰ 1500 'ਚ ਆਇਆਂ ਨੂੰ ਕਿੰਨੇ ਸਾਲ ਹੋ ਗਏ ਹੋਣਗੇ? 110-12 ਸਾਲ। ਸੋ 110 ਸਾਲ ਪੁਰਾਣੀ ਕੰਪਨੀ ਨੂੰ 10 ਸਾਲ ਪੁਰਾਣੀ ਕੰਪਨੀ 1612 ਦੇ ਵਿੱਚ ਸਵਾਲੀ, ਇਹਨੂੰ ਲੋਕ ਸੂਰਤ ਦੀ ਲੜਾਈ ਵੀ ਕਹਿ ਦਿੰਦੇ ਆ, ਸੂਰਤ ਸ਼ਹਿਰ ਦੇ ਨੇੜੇ। ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਨੇ ਪੁਰਤਗਾਲੀ ਹਰਾਤੇ। 10 ਸਾਲ ਪੁਰਾਣੀ ਕੰਪਨੀ ਨੇ, ਇਹ ਲੜਾਈ ਗੁਜਰਾਤ 'ਚ ਹੋਈ ਸੀ। ਇਸ ਲੜਾਈ ਤੋਂ ਬਾਅਦ ਪੁਰਤਗਾਲੀਆਂ ਦਾ ਭਾਰਤ 'ਚ ਮਾੜਾ ਟਾਈਮ ਸ਼ੁਰੂ ਹੋ ਗਿਆ ਅਤੇ ਅੰਗਰੇਜ਼ਾਂ ਨੇ 10 ਸਾਲ ਬਾਅਦ ਹੀ ਇੱਕ ਤਗੜੀ ਤਾਕਤ ਨੂੰ ਭਾਰਤ 'ਚ ਹਰਾ ਕੇ ਆਪਣੀ ਸਥਾਪਤੀ ਸਾਬਤ ਕਰਤੀ। ਸੋ ਇਹ ਗੱਲ ਬਹੁਤ ਅਹਿਮ ਆ ਕਿ ਭਾਰਤ ਦੇ ਵਿੱਚ ਅੰਗਰੇਜ਼ਾਂ ਦਾ ਜਿਹੜਾ ਥੋਮਸ ਜਿਹੜਾ ਬੰਦਾ ਲੜਿਆ ਸੀਗਾ, ਸਰ ਥੋਮਸ ਬੈਸਟ, ਇਹ ਮੈਂ ਪੜ੍ਹਾਊਂਗਾ ਅੱਗੇ ਜਾ ਕੇ, ਕਿਉਂਕਿ ਹੈ ਤਾਂ ਅੰਗਰੇਜ਼ਾਂ ਦੀ ਗੱਲ ਆ ਪਰ ਮਾੜੀ ਮੋਟੀ ਪੁਰਤਗਾਲੀਆਂ 'ਚ ਆ ਗਈ, ਇਸ ਕਰਕੇ ਮੈਂ ਦੱਸਤੀ ਬਸ ਕਿ ਥੋਮਸ ਬੈਸਟ ਜਿਹੜਾ ਸੀਗਾ ਉਹ ਆਪਣਾ ਸਮੁੰਦਰੀ ਜਹਾਜ਼ ਲੈ ਕੇ ਆਇਆ। ਨਾਮ ਸੀਗਾ ਡਰੈਗਨ, ਜਹਾਜ਼ ਦਾ ਨਾਮ ਸੀ ਡਰੈਗਨ, ਜਹਾਜ਼ ਡਰੈਗਨ।
ਉਹ ਤੇ ਉਹਦੀ ਸੈਨਾ ਬੜੇ ਜ਼ਬਰਦਸਤ ਤਰੀਕੇ ਨਾਲ ਹਿੰਮਤ ਨਾਲ ਲੜੇ ਤੇ ਉਹਨਾਂ ਨੇ ਪੁਰਤਗਾਲੀ ਪੁੱਠੇ ਮੂੰਹ ਮੋੜਤੇ ਸੀ। ਸੋ ਸਵਾਲੀ ਦੀ ਲੜਾਈ ਇੱਕ ਅਜਿਹੀ ਲੜਾਈ ਹੈ ਜਿਹੜੀ ਨਵੰਬਰ 1612 'ਚ ਹੋਈ, ਜਿਨੇ 100 ਸਾਲ ਬਾਅਦ ਪੁਰਤਗਾਲੀਆਂ ਨੂੰ ਭਾਰਤ 'ਚ ਕਮਜ਼ੋਰ ਕਰਤਾ ਤੇ ਫਿਰ ਪੁਰਤਗਾਲੀ ਭਾਰਤ 'ਚ ਕਾਫੀ ਵੱਡੇ ਪੱਧਰ ਤੱਕ ਕਮਜ਼ੋਰ ਹੋ ਗਏ ਤੇ ਫਿਰ 17ਵੀਂ 18ਵੀਂ ਸਦੀ ਤੋਂ ਬਾਅਦ ਉਹ ਭਾਰਤ 'ਚ ਸਿਰ ਹੀ ਨਹੀਂ ਚੱਕ ਸਕੇ। ਅੰਗਰੇਜ਼ਾਂ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਕੁਝ ਕੁ ਇਲਾਕਿਆਂ ਤੱਕ ਸੀਮਿਤ ਕਰਤਾ। ਉਦਾਹਰਨ ਦੇ ਤੌਰ 'ਤੇ ਦਮਨ ਦਿਊ, ਦਾਦਰਾ ਨਗਰ ਹਵੇਲੀ, ਗੋਆ, ਆਹ 3-4 ਇਲਾਕੇ ਹੀ ਬਸ ਉਹਨਾਂ ਕੋਲ ਰਹਿ ਗਏ। ਹੌਲੀ ਹੌਲੀ 1800 ਤੋਂ ਬਾਅਦ 19ਵੀਂ ਸਦੀ ਜਦੋਂ ਸ਼ੁਰੂ ਹੋਈ ਹੈ, ਉਹ ਭਾਰਤ 'ਚ ਇੰਨੇ ਕਮਜ਼ੋਰ ਹੋ ਗਏ ਕਿ ਉਹਨਾਂ ਨੇ ਫਿਰ ਅੰਗਰੇਜ਼ਾਂ ਨਾਲ ਪੰਗਾ ਹੀ ਨਹੀਂ ਲਿਆ। ਅੰਗਰੇਜ਼ਾਂ ਨੇ ਉਹਨਾਂ ਨੂੰ ਜ਼ਿਆਦਾ ਕੁਝ ਕਿਹਾ ਵੀ ਨਹੀਂ, ਕਿਉਂਕਿ ਉਹ ਵੀ 2-3 ਸ਼ਹਿਰਾਂ ਤੱਕ। ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 1947 'ਚ ਭਾਰਤ 'ਚੋਂ ਅੰਗਰੇਜ਼ ਗਏ। 1947 'ਚ ਜਦੋਂ ਭਾਰਤ 'ਚੋਂ ਅੰਗਰੇਜ਼ ਗਏ, ਪੁਰਤਗਾਲੀ ਨਹੀਂ ਗਏ। ਪੁਰਤਗਾਲੀ ਭਾਰਤ 'ਚੋਂ 1961 ਵਿੱਚ ਗਏ ਆ, ਠੀਕ ਆ। ਅਤੇ ਯਾਦ ਰੱਖਿਓ, ਭਾਰਤ ਸਰਕਾਰ ਨੇ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਰੇਸ਼ਨ ਵਿਜੇ ਚਲਾ ਕੇ 19 ਦਸੰਬਰ 1961 ਨੂੰ ਗੋਆ ਨੂੰ ਆਜ਼ਾਦ ਕਰਾਇਆ ਸੀਗਾ। ਸੋ ਭਾਰਤ ਨੇ ਜੋ ਆਪਣਾ ਆਪਰੇਸ਼ਨ ਚਲਾਇਆ ਸੀ, ਆਪਰੇਸ਼ਨ ਵਿਜੇ, ਉਹ 19 ਦਸੰਬਰ 1961 ਨੂੰ ਚੱਲਿਆ। ਅਤੇ ਉਸ ਟਾਈਮ ਜਿਹੜੇ ਪੁਰਤਗਾਲੀ ਗਵਰਨਰ ਸੀ, ਫਿਰ ਉਹਨਾਂ ਨੇ ਗੋਆ, ਦਮਨ ਦਿਊ, ਦਾਦਰਾ ਨਾਗਰ ਹਵੇਲੀ, ਇਹਨਾਂ ਨੂੰ ਸਿੱਧਾ ਭਾਰਤ ਦੇ ਅੰਤਰਗਤ ਕਰਤਾ। ਅਤੇ ਭਾਰਤ ਨੇ ਅਗਲੇ ਸਾਲ ਭਾਰਤ ਦੇ ਸੰਵਿਧਾਨ 'ਚ ਇੱਕ 12ਵੀਂ ਸੰਵਿਧਾਨਕ ਸੋਧ ਕਰਕੇ ਗੋਆ, ਦਮਨ ਦਿਊ ਨੂੰ ਭਾਰਤ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਤਬਦੀਲ ਕਰਤਾ। ਸੋ ਆਹ ਭਾਰਤ ਦੇ ਵਿੱਚ 12ਵਾਂ ਸੰਵਿਧਾਨਕ ਸੋਧ ਬਿੱਲ ਦੀ ਇੱਕ ਫੋਟੋ ਵੀ ਹੈ ਵਿਕੀਪੀਡੀਆ ਤੋਂ ਚੱਕੀ ਹੋਈ, ਕਿ ਕਿਵੇਂ ਇਹ 12 ਮਾਰਚ 1962 ਨੂੰ ਇਹ ਸਾਰਾ ਪ੍ਰੋਸੀਜਰ ਹੋਇਆ। ਉਮੀਦ ਕਰਦਾ ਕਿ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ, ਕਿਸ ਤਰੀਕੇ ਨਾਲ ਗੋਆ ਦੇ ਵਿੱਚ ਭਾਰਤ ਦੇ ਵਿੱਚ ਪੁਰਤਗਾਲੀ ਆਏ ਅਤੇ ਕਿੱਡੀ ਘੈਂਟ ਗੱਲ ਨਿਕਲ ਕੇ ਆਈ ਹੈ ਕਿ ਭਾਰਤ 'ਚ ਸਭ ਤੋਂ ਪਹਿਲਾਂ ਆਉਣ ਵਾਲੀ ਤਾਕਤ ਵੀ ਪੁਰਤਗਾਲੀ ਸੀ ਅਤੇ ਭਾਰਤ 'ਚੋਂ ਸਭ ਤੋਂ ਪਹਿਲਾਂ ਵਾਪਸ ਜਾਣ ਵਾਲੀ ਤਾਕਤ ਵੀ ਪੁਰਤਗਾਲੀ ਸੀ। ਆ ਜਾਓ ਅੱਗੇ ਚੱਲਦੇ ਹਾਂ ਜੀ ਆਪਾਂ। ਇਸ ਤੋਂ ਬਾਅਦ ਆ ਗਈ ਭਾਰਤ 'ਚ ਡੱਚ ਈਸਟ ਇੰਡੀਆ ਕੰਪਨੀ। ਦੇਖੋ, ਕਾਰਨੇਲੀਜ਼ ਹਾਰਟਮੈਨ 1596 ਈਸਵੀ ਦੇ ਵਿੱਚ ਕੇਪ ਆਫ ਗੁੱਡ ਹੋਪ ਦੀ ਥਾਂ ਪਹਿਲਾ ਨਾਗਰਿਕ ਸੀਗਾ ਜਿਹੜਾ ਭਾਰਤ ਦਾਅਵਾ ਕੀਤਾ ਜਾਂਦਾ ਕਿ ਇਹ ਭਾਰਤ 'ਚ ਪਹੁੰਚਿਆ ਸੀਗਾ, ਠੀਕ ਆ। ਤਾਂ ਖੈਰ ਇਹ ਭਾਰਤ ਦੇ ਵਿੱਚ ਪੁਰਤਗਾਲੀਆਂ ਤੋਂ 98 ਸਾਲ ਬਾਅਦ ਆਏ ਆ ਜਾਂ 100 ਸਾਲ ਬਾਅਦ ਆਏ ਆ। ਇਹਨਾਂ ਨੇ ਫਿਰ ਜਾ ਕੇ ਉੱਥੇ ਡੱਚ 'ਚ ਹੰਗਰੀ 'ਚ ਗੱਲ ਕੀਤੀ, ਕਿਉਂਕਿ ਯੂਰਪ ਦੇ ਵਿੱਚ ਇੱਕ ਦੇਸ਼ ਆ ਜਿਹਨੂੰ ਅਸੀਂ ਹੰਗਰੀ, ਨੀਦਰਲੈਂਡ ਕਹਿ ਦਿੰਦੇ ਹਾਂ, ਉੱਥੋਂ ਦੇ ਲੋਕਾਂ ਨੂੰ ਅਸੀਂ ਡੱਚ ਕਹਿੰਦੇ ਹਾਂ, ਠੀਕ ਆ। ਸੋ ਡੱਚਾਂ ਦੀ ਪਹਿਲੀ ਕੰਪਨੀ ਫਿਰ 1602 ਈਸਵੀ 'ਚ ਖੁੱਲ੍ਹੀ ਆ, ਉਹਨੂੰ ਕਹਿੰਦੇ ਆ ਯੂਨਾਈਟਿਡ ਈਸਟ ਇੰਡੀਆ ਕੰਪਨੀ। ਦੇਖੋ, ਇਸ ਕੰਪਨੀ ਨੂੰ ਹੰਗਰੀ ਦੇ ਵਿੱਚ ਨੀਦਰਲੈਂਡ ਦੇ ਵਿੱਚ ਜਾਂ ਹੋਲੈਂਡ, ਮੈਂ ਹੰਗਰੀ ਸ਼ਬਦ ਬੋਲ ਗਿਆ, ਹੰਗਰੀ ਗਲਤ ਆ, ਹੋਲੈਂਡ ਜਾਂ ਨੀਦਰਲੈਂਡ ਇੱਕੋ ਹੀ ਦੇਸ਼ ਦੇ ਦੋ ਨਾਮ ਆ। ਉੱਥੇ ਇਸ ਕੰਪਨੀ ਨੂੰ ਬਣਾਇਆ ਗਿਆ ਅਤੇ ਫਿਰ ਇਹ ਕੰਪਨੀ ਭਾਰਤ 'ਚ ਵਪਾਰ ਵਾਸਤੇ ਆਈ। ਭਾਰਤ 'ਚ ਪਹੁੰਚੀ 1605 ਈਸਵੀ 'ਚ, ਬਣੀ 1602 'ਚ ਸੀ ਅਤੇ ਭਾਰਤ 'ਚ ਪਹੁੰਚੀ 1605 ਈਸਵੀ 'ਚ। ਸੋ ਇਹ ਪਹਿਲਾਂ ਉੱਥੋਂ ਦੇ ਰਾਜੇ ਤੋਂ ਪਰਮਿਸ਼ਨ ਲੈ ਕੇ ਕੰਪਨੀ ਬਣਾਈ ਗਈ ਅਤੇ ਭਾਰਤ 'ਚ ਪਹਿਲਾ ਡੱਚ ਗਵਰਨਰ ਪੀਟਰ ਬੋਥ ਸੀਗਾ, ਜਿਹਨੇ 1605 'ਚ ਮਸੂਲੀਪਤਨਮ, ਆਂਧਰਾ ਪ੍ਰਦੇਸ਼ ਭਾਵ ਕਿ ਪੂਰਬੀ ਤੱਟ 'ਤੇ, ਹੁਣ ਪੱਛਮੀ ਨਹੀਂ, ਪੂਰਬੀ ਤੱਟ 'ਤੇ ਪਹਿਲੀ ਫੈਕਟਰੀ ਸਥਾਪਿਤ ਕੀਤੀ। ਅਤੇ ਇਸ ਤੋਂ ਬਾਅਦ ਉਹਨਾਂ ਨੇ ਪੂਲੀਕਟ ਤਾਮਿਲਨਾਡੂ 'ਚ, ਫਿਰ ਸੂਰਤ ਗੁਜਰਾਤ 'ਚ, 1641 'ਚ ਬਿਮਲੀਪਟਨਮ, ਇਹ ਉੱਥੇ ਆਂਧਰਾ 'ਚ ਹੀ ਆ, ਚੈਨਸੂਰਾ ਇਹ ਬੰਗਾਲ ਦੇ ਵਿੱਚ ਆ। ਫਿਰ ਇਹਨਾਂ ਨੇ ਆਪਣੀ ਪਹਿਲੀ ਫੈਕਟਰੀ ਲਾਈ ਅਤੇ ਇਹਨਾਂ ਨੇ ਆਪਣਾ ਜਿਹੜਾ ਮੁੱਖ ਦਫ਼ਤਰ ਸੀਗਾ ਉਹ ਬੰਗਾਲ ਚੈਨਸੂਰਾ ਦੇ ਵਿੱਚ ਆਪਣਾ ਦਫ਼ਤਰ ਪਹਿਲਾਂ ਸ਼ੁਰੂ 'ਚ ਸੈੱਟ ਕਰ ਲਿਆ। ਸੋ ਮਸੂਲੀਪਤਨਮ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਇਹ ਵੀ ਸਵਾਲ ਆ ਰਿਹਾ ਨਾ ਕਿ ਇਹਨਾਂ ਦੀ ਪਹਿਲੀ ਫੈਕਟਰੀ ਕਿੱਥੇ ਲੱਗੀ, ਹੇਠ ਲਿਖਿਆ ਜੋ ਕਿਹੜੇ ਸ਼ਹਿਰ ਵਿੱਚ ਡੱਚ ਵਾਲਿਆਂ ਦੀ ਫੈਕਟਰੀ ਨਹੀਂ ਸੀ। ਸੋ ਤੁਹਾਨੂੰ ਸਲਾਈਡਾਂ ਚੰਗੀ ਤਰ੍ਹਾਂ ਪੜ੍ਹਨੀਆਂ ਪੈਣਗੀਆਂ। ਅਤੇ ਇੱਕ ਗੱਲ ਹੋਰ, ਆ ਜਿਹੜੇ ਰੱਟਾ ਟਾਈਪ ਜਿਹਾ ਕੰਮ ਕਰਦੇ ਹੁੰਦੇ ਉਹ ਬੰਦ ਕਰ ਦਿਓ। ਹੁਣ ਮਾਸਟਰ ਕੈਡਰ ਦੇ ਪੇਪਰ ਦਾ ਪੱਧਰ ਦੇਖੋ ਅਤੇ ਉਹਦੇ ਹਿਸਾਬ ਨਾਲ ਪੇਪਰ ਦੀ ਤਿਆਰੀ ਕਰੋ, ਠੀਕ ਆ। ਅਤੇ ਅੱਜ ਕੱਲ੍ਹ ਤਾਂ ਸਾਰੇ ਪੇਪਰ ਹੀ ਬਹੁਤ ਵਧੀਆ ਲੈਵਲ ਦੇ ਆਉਣ ਲੱਗ ਪਏ ਆ, ਚਾਹੇ ਪੰਜਾਬ ਪੁਲਿਸ ਦੇ ਪੇਪਰ ਹੋਣ। ਫੈਕਟ ਬੜੇ ਯਾਦ ਕਰਨੇ ਪੈਂਦੇ ਆ ਅਤੇ ਸਾਨੂੰ ਰੱਟਾਂ ਮਰਾ ਦਿੰਦੇ ਕਿ ਆਹ ਕੁਐਸਚਨ ਕਰ ਲਓ। ਥਿਊਰੀ ਪੜ੍ਹੀ ਹੋਊਗੀ ਅਤੇ ਬੜੇ ਆਰਾਮ ਨਾਲ ਸਵਾਲ ਯਾਦ ਹੋਣਗੇ। ਆ ਲਓ ਜੀ, ਕਹਿੰਦੇ 1610 ਵਿੱਚ ਇਹਨਾਂ ਨੇ ਪੂਲੀਕਟ 'ਚ ਆਪਣੀ ਫੈਕਟਰੀ ਬਣਾਈ। ਪੂਲੀਕਟ ਭਾਵ ਅੱਜ ਦੇ ਤਾਮਿਲਨਾਡੂ ਦੇ ਵਿੱਚ ਇਹਨਾਂ ਨੇ ਆਪਣੀ ਫੈਕਟਰੀ ਬਣਾਈ, ਆ ਰਿਹਾ ਪੂਲੀਕਟ। ਫਿਰ ਇਹ ਆਪਣਾ ਹੈੱਡਕੁਆਟਰ ਪੂਲੀਕਟ ਸਥਾਪਿਤ ਕਰ ਲੈਂਦੇ ਆ। ਸੋ ਜੇ ਕੋਈ ਮੈਨੂੰ ਡੱਚ ਬਾਰੇ ਪੁੱਛੇ ਕਿ ਡੱਚ ਵਾਲਿਆਂ ਦਾ ਪੱਕਾ ਹੈੱਡਕੁਆਟਰ ਕਿੱਥੇ ਸੀ, ਤਾਂ ਮੈਂ ਕਹੂੰਗਾ ਪੂਲੀਕਟ। ਜੇ ਕੋਈ ਮੈਨੂੰ ਪੁੱਛੇ ਕਿ ਡੱਚ ਵਾਲਿਆਂ ਦੀ ਪਹਿਲੀ ਫੈਕਟਰੀ ਕਿੱਥੇ ਸੀ, ਤਾਂ ਮੈਂ ਕਹੂੰਗਾ ਮਸੂਲੀਪਤਨਮ। ਸੋ ਆਹ ਚੀਜ਼ ਆ, 1602 ਦੇ ਵਿੱਚ ਡੱਚ ਈਸਟ ਇੰਡੀਆ ਕੰਪਨੀ ਬਣਦੀ ਆ। ਇਹ ਪਹਿਲੀ ਜੁਆਇੰਟ ਸਟਾਕ ਕੰਪਨੀ ਸੀ। ਜੁਆਇੰਟ ਸਟਾਕ ਕੰਪਨੀ ਹੁੰਦੀ ਆ ਜਿਹੜੀ ਸ਼ੇਅਰ ਬਾਜ਼ਾਰ ਦੇ ਵਿੱਚ ਲਿਸਟ ਹੋਈ ਹੋਵੇ।
ਦੂਜੀ ਗੱਲ ਭਾਰਤ 'ਚ 1605 'ਚ ਆਏ ਤੇ ਪਹਿਲੀ ਫੈਕਟਰੀ ਮਸੂਲੀਪਤਨਮ ਚਲਾਉਂਦੇ ਆ ਤੇ ਪੂਲੀਕਟ ਵਕਤ ਤੋਂ ਬਾਅਦ ਇਹਨਾਂ ਦਾ ਭਾਰਤ 'ਚ ਪਹਿਲਾ ਹੈੱਡਕੁਆਟਰ ਬਣਿਆ ਪੂਲੀਕਟ। ਸੋ ਆ ਮੇਨ ਹੈੱਡਕੁਆਟਰ, ਪਹਿਲਾਂ ਚੰਸੂਰਾ ਬੰਗਾਲ ਵੱਲ ਸੀ ਪਰ ਪੂਲੀਕਟ ਇਹਨਾਂ ਦਾ ਮੇਨ ਹੈੱਡਕੁਆਟਰ ਸੀਗਾ। ਸੋ ਇਹ ਗੱਲ ਸਾਰਿਆਂ ਨੂੰ ਸਮਝ ਆ ਗਈ। ਹੁਣ ਭਾਰਤ ਦੇ ਵਿੱਚ ਇਹ ਤਕਰੀਬਨ 1605 'ਚ ਆਪਣੀ ਪਹਿਲੀ ਕੰਪਨੀ ਸਥਾਪਿਤ ਕਰਦੇ ਆ। ਹੌਲੀ ਹੌਲੀ ਭਾਰਤ 'ਚ ਆਪਣੇ ਆਪ ਨੂੰ ਵਧਾਉਂਦੇ ਆ ਤੇ ਭਾਰਤ ਦੇ ਪੱਛਮੀ ਤੇ ਪੂਰਬੀ ਤੱਟ ਤੇ ਇਹ ਸਾਰਾ ਪਾਸੇ ਜ਼ਿਆਦਾ ਹਿੱਸਾ ਸਮੁੰਦਰ ਦੇ ਕੰਢੇ ਤੇ ਇਹ ਪੂਰਬੀ ਤੱਟ ਵੱਲ ਰਹਿੰਦੇ ਆ। ਪੂਰਬੀ ਤੱਟ ਤੇ ਸਾਨੂੰ ਇਹਨਾਂ ਦੀਆਂ ਫੈਕਟਰੀਆਂ ਜ਼ਿਆਦੀਆਂ ਮਿਲਦੀਆਂ। ਇਹਨਾਂ ਦੀ ਸਭ ਤੋਂ ਮਸ਼ਹੂਰ ਫੈਕਟਰੀ ਸੀ ਬੰਗਾਲ ਦੇ ਮੀਰ ਕਾਸਮ, ਬੰਗਾਲ ਦੇ ਬਲਾਸੌਰ, ਅੱਜ ਇਹ ਉੜੀਸਾ 'ਚ ਆ, ਤੇ ਚੰਸੂਰਾ। ਬੰਗਾਲ ਬਿਹਾਰ ਦੇ ਇਲਾਕੇ 'ਚ ਇਹਨਾਂ ਦੀਆਂ ਫੈਕਟਰੀਆਂ ਸੀ, ਉੱਥੇ ਇਹਨਾਂ ਦਾ ਕੰਮ ਤਗੜਾ ਸੀ। ਖੈਰ 1700 ਤੋਂ ਬਾਅਦ ਭਾਰਤ ਦੇ ਵਿੱਚ ਨਾ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਦੀ, ਇੰਗਲੈਂਡ ਵਾਲਿਆਂ ਦੀ ਸਭ ਤੋਂ ਵੱਧ ਤਾਕਤਵਰ ਹੋਈ। ਉਸ ਟਾਈਮ ਤੱਕ ਅੰਗਰੇਜ਼ਾਂ ਨੇ ਪੁਰਤਗਾਲੀ ਜਿਹੜੇ ਸੀਗੇ ਉਹ ਤਾਂ ਖੁੰਝੇ ਲਾ ਹੀ ਦਿੱਤੇ ਸੀ, ਮੈਂ ਤੁਹਾਨੂੰ ਉੱਪਰ ਦੱਸ ਚੁੱਕਿਆ। 1700 ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਡੱਚ ਵੀ ਖੁੰਝੇ ਲਾਤੇ, ਕਿਉਂਕਿ ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਸਾਡੇ ਤੋਂ ਬਿਨਾਂ ਕੋਈ ਵਿਦੇਸ਼ੀ ਤਾਕਤ ਭਾਰਤ 'ਚ ਰਵੇ। ਖੈਰ 1759 ਤੱਕ ਜਾਂਦੇ ਜਾਂਦੇ ਬੰਗਾਲ ਵਾਲੇ ਪਾਸੇ ਇੱਕ ਬੜੀ ਵੱਡੀ ਘਟਨਾ ਹੋਈ, ਮੈਂ ਅੱਗੇ ਜਾ ਕੇ ਪੜ੍ਹਾਊਂਗਾ। 1759 ਭਾਵ ਤਕਰੀਬਨ ਮੰਨ ਕੇ ਚੱਲੋ 1759 ਆਹ ਸਾਲ। ਇਸ ਸਾਲ ਤੱਕ ਜੇ ਮੈਂ ਗੱਲ ਕਵਾਂ ਤਾਂ ਬੰਗਾਲ ਦਾ ਜਿਹੜਾ ਆਹ ਹਿੱਸਾ ਸੀ ਸਾਡਾ, ਆਹ ਵਾਲਾ ਹਿੱਸਾ ਬੰਗਾਲ ਦਾ, ਇਸ ਬੰਗਾਲ ਦੇ ਹਿੱਸੇ 'ਚ ਜੇ ਕੋਈ ਮੈਨੂੰ ਪੁੱਛੇ ਕਮਜ਼ੋਰ ਮੁਗਲਾਂ ਵਾਲੇ ਚੈਪਟਰ 'ਚ ਤੁਸੀਂ ਪੜ੍ਹਾਇਆ ਸੀਗਾ, ਯਾਦ ਕਰੋ ਕਿ ਜਦੋਂ ਆਪਾਂ ਕਮਜ਼ੋਰ ਮੁਗਲਾਂ ਵਾਲਾ ਚੈਪਟਰ ਪੜ੍ਹ ਰਹੇ ਸੀ, ਇੱਥੋਂ ਦਾ ਰਾਜਾ ਸੀ ਸ਼ਾਹ ਆਲਮ II। ਸ਼ਾਹ ਆਲਮ II ਦੇ ਵੇਲਾ ਹੈ, ਠੀਕ ਆ। ਬੰਗਾਲ ਜਿਹੜਾ ਸੀਗਾ, ਬੰਗਾਲ ਦਾ ਨਵਾਬ ਦਿੱਲੀ ਦੇ ਮੁਗਲ ਸ਼ਾਸਕ ਨੂੰ ਕਹਿ ਚੁੱਕਿਆ ਕਿ ਮੈਂ ਨਹੀਂ ਤੁਹਾਡੀ ਸੁਣਦਾ। 1717 'ਚ ਉਹਦੇ ਬਜ਼ੁਰਗ ਮੁਰਸ਼ਿਦ ਕੁਲੀ ਖਾਨ ਨੇ ਜਵਾਬ ਦੇਤਾ ਸੀ ਤੇ ਮੁਰਸ਼ਿਦ ਫਾਰੂਕ ਸਿਆਰ ਨੂੰ, ਤਾਂ ਫਾਰੂਕ ਸਿਆਰ ਨੇ ਬੰਗਾਲ ਦੀ ਟੈਕਸ ਵਪਾਰ ਕਰਨ ਦੀ ਅੰਗਰੇਜ਼ਾਂ ਨੂੰ ਫ੍ਰੀ ਪਰਮਿਸ਼ਨ ਦੇਤੀ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਦਾ ਬੰਗਾਲ 'ਚ ਬੜਾ ਦਬਦਬਾ ਸੀ, ਪਰ ਡੱਚ ਵਾਲਿਆਂ ਨੂੰ ਉੱਥੇ ਟੈਕਸ ਦੇਣਾ ਪੈਂਦਾ ਸੀ। ਪਿਛਲੇ ਲੈਕਚਰ ਨਾਲ ਜੋੜ ਕੇ ਦਿਮਾਗ ਲਾਓਗੇ ਤਾਂ ਯਾਦ ਆ ਜਾਊਗਾ। ਤਾਂ ਡੱਚ ਵਾਲੇ ਉੱਥੇ ਇੰਨਾ ਵਿਕਾਸ ਨਹੀਂ ਕਰ ਸਕੇ ਜਿੰਨਾ ਅੰਗਰੇਜ਼ਾਂ ਨੇ ਕੀਤਾ, ਤੇ ਅੰਗਰੇਜ਼ਾਂ ਤੋਂ ਉੱਥੋਂ ਦਾ ਨਵਾਬ ਬਹੁਤ ਦੁਖੀ ਸੀਗਾ। ਤੇ ਨਵਾਬ ਬਹੁਤ ਜ਼ਿਆਦਾ ਦੁਖੀ ਸੀ ਜਿਹੜਾ ਬੰਗਾਲ ਦਾ ਸੀਗਾ ਕਿ ਯਾਰ ਮੁਗਲ ਰਾਜੇ ਨੇ ਸਾਨੂੰ ਕੱਖ ਦਾ ਨਹੀਂ ਛੱਡਿਆ, ਅੰਗਰੇਜ਼ਾਂ ਨੂੰ ਇਹ ਪਰਮਿਸ਼ਨ ਦੇ ਕੇ ਅੱਜ ਤੋਂ 50-60 ਸਾਲ ਪਹਿਲਾਂ। ਸੋ ਜਿਹੜਾ ਉਸ ਵੇਲੇ ਦਾ ਬੰਗਾਲ ਦਾ ਨਵਾਬ ਸੀ 1759 ਦੇ ਵਿੱਚ, ਉਸ ਸ਼ਖਸ ਦਾ ਨਾਮ ਸੀਗਾ, ਜੋ ਵੀ ਨਾਮ ਹੋਊਗਾ ਆਪਾਂ ਲੈਣਾ ਵੀ ਕੁਛ ਨਹੀਂ ਵੈਸੇ, ਪਰ ਦੱਸ ਦਿੰਦਾ, ਮੀਰ ਕਾਸਮ। ਉਹਨੇ ਮੀਰ ਕਾਸਮ ਤੇ ਡੱਚ, ਇਹਨਾਂ ਦੋਵਾਂ ਨੇ ਮਿਲ ਕੇ ਇੱਕ ਫੈਸਲਾ ਕੀਤਾ ਕਿ ਕਿਉਂ ਨਾ ਆਪਾਂ ਦੋਵੇਂ ਤਾਕਤਾਂ ਮਿਲ ਕੇ ਅੰਗਰੇਜ਼ਾਂ ਨਾਲ ਪੰਗਾ ਹੀ ਲੈ ਲਈਏ। ਇਹਨਾਂ ਦੋਵਾਂ ਨੇ ਮਿਲ ਕੇ ਹੁਗਲੀ ਨੇੜੇ, ਹੁਗਲੀ ਇੱਕ ਦਰਿਆ ਹੈ ਉੱਥੇ, ਉਹਦੇ ਨੇੜੇ ਇੱਕ ਚੰਸੂਰਾ ਸ਼ਹਿਰ ਆ, ਉਹਦੇ ਨੇੜੇ ਪਿੰਡ ਆ ਬਦਾਰਾ। ਲੋਕ ਇਹਨੂੰ ਬਦਾਰਾ ਦੀ ਲੜਾਈ ਵੀ ਕਹਿ ਦਿੰਦੇ, ਚੰਸੂਰਾ ਦੀ ਵੀ, ਤੇ ਹੁਗਲੀ ਦੀ ਲੜਾਈ ਵੀ ਕਹਿ ਦਿੰਦੇ। 1759 'ਚ ਇਸ ਲੜਾਈ 'ਚ ਡੱਚਾਂ ਤੇ ਬੰਗਾਲ ਦੇ ਨਵਾਬ ਨੇ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ ਕਿਸਮਤ ਅਜਮਾਈ, ਪਰ ਬਦਕਿਸਮਤੀ ਨਾਲ ਅੰਗਰੇਜ਼ਾਂ ਨੇ ਡੱਚਾਂ ਨੂੰ ਤੇ ਮੀਰ ਕਾਸਮ ਦੀ ਸਾਂਝੀ ਸੈਨਾ ਨੂੰ ਬੁਰੇ ਤਰੀਕੇ ਨਾਲ ਹਰਾਤਾ। ਬਸ ਇਸ ਤੋਂ ਬਾਅਦ ਡੱਚਾਂ ਦਾ ਭਾਰਤ 'ਚ ਮਾੜਾ ਟਾਈਮ ਸ਼ੁਰੂ, ਤੇ 1800 ਤੱਕ ਜਾਂਦੇ ਜਾਂਦੇ ਡੱਚ ਭਾਰਤ 'ਚੋਂ ਬਾਹਰ ਭੱਜ ਗਏ। ਇੰਡੋਨੇਸ਼ੀਆ 'ਚ ਉਹਨਾਂ ਦਾ ਤਗੜਾ ਕਾਰੋਬਾਰ ਸੀ, ਉੱਧਰ ਹੀ ਚਲੇ ਗਏ। ਜੇ ਕੋਈ ਮੈਨੂੰ ਪੁੱਛੇ ਕਿ ਡੱਚਾਂ ਬਾਰੇ ਦੱਸੋ, ਤਾਂ ਮੈਂ ਪਹਿਲੀ ਗੱਲ ਕਹੂੰਗਾ 1602 'ਚ ਇਹਨਾਂ ਦੀ ਕੰਪਨੀ ਬਣਦੀ ਆ। 1605 'ਚ ਭਾਰਤ 'ਚ ਮਸੂਲੀਪਤਨਮ 'ਚ ਪਹਿਲੀ ਫੈਕਟਰੀ ਲਾਉਂਦੇ ਆ, ਪਹਿਲਾਂ ਚੰਸੂਰਾ ਤੇ ਫਿਰ ਪੂਲੀਕਟ ਨੂੰ ਆਪਣਾ ਹੈੱਡਕੁਆਟਰ ਬਣਾਉਂਦੇ ਆ। 1759 ਦੇ ਵਿੱਚ 150 ਸਾਲ ਬਾਅਦ ਇਹ ਅੰਗਰੇਜ਼ਾਂ ਤੋਂ ਬਦਾਰਾ ਜਾਂ ਹੁਗਲੀ ਜਾਂ ਚੰਸੂਰਾ ਦੀ ਲੜਾਈ 'ਚ ਹਾਰ ਕੇ ਕਮਜ਼ੋਰ ਪੈਣੇ ਸ਼ੁਰੂ ਹੋ ਜਾਂਦੇ ਆ, ਤੇ 1800 'ਚ ਭਾਰਤ 'ਚੋਂ ਨਿਕਲਦੇ ਹੋਏ ਇਹ ਪਹਿਲੀ ਵਿਦੇਸ਼ੀ ਤਾਕਤ ਸੀ ਜਿਹੜੀ ਭਾਰਤ 'ਚੋਂ ਬਾਹਰ ਗਈ ਆ। ਇਹ ਵੀ ਰੱਟਾ ਵੱਜ ਗਿਆ। ਹੋਰ ਵੀ ਮੈਂ ਬਹੁਤ ਕੁਛ ਦੱਸਿਆ, ਪਰ ਗੱਲ ਇਹ ਨਹੀਂ ਕਿ ਜੋ ਦੱਸਿਆ ਉਹਦੇ 'ਚੋਂ ਇਹ ਸਭ ਤੋਂ ਵੱਧ ਮਹੱਤਵਪੂਰਨ ਆ ਜਾਓ ਅਗਲੀ ਤਾਕਤ ਜਿਹੜੀ ਭਾਰਤ ਵਿੱਚ ਆਈ, ਇਹ ਹੈਗੀ ਆ ਜੀ ਡੈਨਮਾਰਕ ਦੇ ਲੋਕ। ਕਹਿੰਦੇ ਇਹਨਾਂ ਨੇ ਆਪਣੀ ਕੰਪਨੀ 1616 'ਚ ਸਥਾਪਿਤ ਕੀਤੀ, ਤੇ ਭਾਰਤ ਦੇ ਵਿੱਚ ਇਹਨਾਂ ਨੇ ਆਪਣੀ ਪਹਿਲੀ ਫੈਕਟਰੀ 1620 'ਚ ਲਾਈ। ਪਹਿਲੀ ਫੈਕਟਰੀ ਇਹਨਾਂ ਨੇ ਤਰੈਂਕੋਬਾਰ ਦੇ ਵਿੱਚ ਲਾਈ, ਇਹ ਤਾਮਿਲਨਾਡੂ 'ਚ ਆ। ਇਹਨਾਂ ਦੀ ਪਹਿਲੀ ਫੈਕਟਰੀ, ਡੱਚ ਵਾਲਿਆਂ ਦੀ ਪਤਾ ਲੱਗ ਗਿਆ ਕਿੱਥੇ ਸੀ, ਇਹਨਾਂ ਦੀ ਪਹਿਲੀ ਫੈਕਟਰੀ ਲੱਗੀ ਆ ਤਰੈਂਕੋਬਾਰ, ਇਹ ਹੈਗਾ ਤਾਮਿਲਨਾਡੂ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਨੇ ਭਾਰਤ 'ਚ ਆਪਣਾ ਹੋਰ ਕੰਮ ਵਧਾਇਆ, ਤੇ ਬੰਗਾਲ ਦੇ ਸਿਰਾਮਪੁਰ, ਇਹਨਾਂ ਦਾ ਹੈੱਡਕੁਆਟਰ ਸੀ ਬੰਗਾਲ ਦਾ ਸਿਰਾਮਪੁਰ, ਮੋਸਟ ਇੰਪੋਰਟੈਂਟ। ਇਹ ਬੰਗਾਲ ਦੇ ਸਿਰਾਮਪੁਰ 'ਚ ਆਪਣਾ ਹੈੱਡਕੁਆਟਰ ਬਣਾਉਂਦੇ ਆ। ਇਹ 1620 'ਚ ਇਹਨਾਂ ਦੀ ਪਹਿਲੀ ਫੈਕਟਰੀ ਲੱਗਦੀ ਆ, ਕੰਪਨੀ ਬਣਦੀ ਆ 1616 'ਚ।
ਪਹਿਲੀ ਫੈਕਟਰੀ ਲਾਉਂਦੇ ਲਾਉਂਦੇ 4 ਸਾਲ ਬੀਤ ਜਾਂਦੇ ਆ। 1620 'ਚ ਇਹ ਭਾਰਤ 'ਚ ਪਹਿਲੀ ਫੈਕਟਰੀ ਲਾਉਂਦੇ ਆ ਡੈਨਮਾਰਕ ਵਾਲੇ। ਉਸ ਤੋਂ ਬਾਅਦ ਇਹ ਵੀ ਭਾਰਤ ਦੇ ਵਿੱਚ ਤਕਰੀਬਨ 100-150 ਸਾਲ ਤੇ ਚੱਲਦੇ ਆ। 1700 ਤੋਂ ਬਾਅਦ ਅੰਗਰੇਜ਼ ਇਹਨਾਂ ਨੂੰ ਵੀ ਨਹੀਂ ਜੀਣ ਦਿੰਦੇ ਤੇ ਹੌਲੀ ਹੌਲੀ ਡੈਨਮਾਰਕ ਵਾਲੇ ਜਿਹੜੇ ਆ ਉਹ 1775 ਤੱਕ ਜਾਂਦੇ ਜਾਂਦੇ ਅੰਡੇਮਾਨ ਨਿਕੋਬਾਰ ਤੇ ਵੀ ਪਹੁੰਚ ਗਏ। ਕਾਫੀ ਕੰਮ ਵਧਾਇਆ ਇਹਨਾਂ ਨੇ। 1800 ਤੋਂ ਬਾਅਦ ਤਾਂ ਅੰਗਰੇਜ਼ ਜਦੋਂ ਬਾਕੀ ਸਾਰੀਆਂ ਤਾਕਤਾਂ ਨੂੰ ਭਾਰਤ 'ਚ ਕਮਜ਼ੋਰ ਕਰ ਦਿੰਦੇ ਆ, ਫਿਰ ਡੈਨਮਾਰਕ ਵਾਲਿਆਂ ਦੇ ਮਗਰ ਪੈ ਜਾਂਦੇ ਆ। 16 ਅਕਤੂਬਰ 1868 ਨੂੰ ਅੰਗਰੇਜ਼ ਭਾਰਤ ਦੇ ਵਿੱਚੋਂ ਪਹਿਲਾ ਭਾਰਤ ਦੀ ਮੁੱਖ ਲੈਂਡ ਤੋਂ, ਜਿਹੜੀ ਮੇਨ ਲੈਂਡ ਆ ਭਾਰਤ ਦੀ, ਉੱਥੋਂ ਦਾ ਕੱਢ ਦਿੰਦੇ ਆ। ਅੰਡੇਮਾਨ ਨਿਕੋਬਾਰ 'ਚ ਇਹਨਾਂ ਨੂੰ ਹਰਾਉਂਦੇ ਆ 16 ਅਕਤੂਬਰ 1868 ਨੂੰ। 16 ਅਕਤੂਬਰ 1868 ਨੂੰ ਇਹਨਾਂ ਨੂੰ ਹਰਾ ਕੇ 1 ਜਨਵਰੀ 1869 ਨੂੰ ਅਗਲੇ ਸਾਲ ਦੀ ਪਹਿਲੀ ਤਰੀਕ ਤੱਕ ਜਾਂਦੇ ਜਾਂਦੇ ਭਾਰਤ 'ਚੋਂ ਇਹ ਡੈਨਮਾਰਕ ਨੂੰ ਕੱਢ ਦਿੰਦੇ ਆ। ਡੈਨਮਾਰਕ ਵਾਲੇ ਪੱਕੇ ਤੌਰ 'ਤੇ 1 ਜਨਵਰੀ 1869 'ਚੋਂ ਭਾਰਤ 'ਚੋਂ ਭੱਜ ਗਏ। ਭਾਰਤ 'ਚ ਆਏ ਇਹਨਾਂ ਦੀ ਬਣੇ 1616 'ਚ, ਪਹਿਲੀ ਫੈਕਟਰੀ 1620 ਤੇ ਭਾਰਤ 'ਚੋਂ ਗਏ 1669 ਤੇ ਇਹਨਾਂ ਦੀ ਪਹਿਲੀ ਫੈਕਟਰੀ ਸੀਗੀ ਜਿਹੜੀ ਸਰਾਮਪੁਰ ਬੰਗਾਲ 'ਚ ਇਹਨਾਂ ਦਾ ਹੈੱਡਕੁਆਟਰ ਤੇ ਤਰਨਕੋਬਾਰ, ਇੱਥੇ ਇਹਨਾਂ ਦੀ ਪਹਿਲੀ ਫੈਕਟਰੀ। ਤਰਨਕੋਬਾਰ ਹੈਗਾ ਤਾਮਿਲਨਾਡੂ 'ਚ ਤੇ ਸਰਾਮਪੁਰ ਹੈਗਾ ਏ ਬੰਗਾਲ ਦੇ ਵਿੱਚ। ਸੋ ਡੈਨਮਾਰਕ ਵਾਲਿਆਂ ਬਾਰੇ ਕੋਈ ਬਹੁਤ ਵੱਡਾ ਇਤਿਹਾਸ ਨਹੀਂ ਹੈਗਾ, ਸਿਰਫ 16 ਅਕਤੂਬਰ 1868 ਦੀ ਲੜਾਈ ਜਿਹਦੇ 'ਚ ਭਾਰਤ 'ਚੋਂ ਗਏ। ਖੈਰ ਉਸ ਤੋਂ ਬਾਅਦ ਆ ਗਏ ਭਾਰਤ 'ਚ ਫਰੈਂਚ। ਹੁਣ ਦੇਖੋ, ਕੋਈ ਮੈਨੂੰ ਕਹੇ ਕਿ ਸਰ ਪੁਰਤਗਾਲੀ 1498 'ਚ ਆਏ, 1500 'ਚ ਪਹਿਲੀ ਫੈਕਟਰੀ ਲਾਈ ਇਹਨਾਂ ਨੇ ਤੇ ਤਕਰੀਬਨ ਫਿਰ ਅੰਗਰੇਜ਼ਾਂ ਨੇ ਇਹਨਾਂ ਨੂੰ ਇੱਕ ਲੜਾਈ 'ਚ ਕਮਜ਼ੋਰ ਕਰਤਾ, ਬਹੁਤ ਸਵਾਲੀ ਦੀ ਲੜਾਈ 1612 'ਚ। ਉਸ ਤੋਂ ਬਾਅਦ ਫਿਰ ਪੁਰਤਗਾਲੀ ਹੌਲੀ ਹੌਲੀ ਆਪਣਾ ਕੰਮ ਵਧਾਉਂਦੇ ਨਹੀਂ, ਫਿਰ ਫਾਈਨਲੀ ਇਹ ਭਾਰਤ 'ਚ ਸਭ ਤੋਂ ਲਾਸਟ 'ਚ ਗਏ। ਫਿਰ ਮੈਂ ਦੂਜੀ ਤਾਕਤ ਪੜ੍ਹਾਈ, ਫਿਰ ਤੀਜੀ, ਹੁਣ ਮੈਂ ਪੜ੍ਹਾ ਰਿਹਾ ਚੌਥੀ ਤਾਕਤ ਫਰੈਂਚ। ਅੰਗਰੇਜ਼ ਨਹੀਂ ਪੜ੍ਹਾਏ। ਅੰਗਰੇਜ਼ ਭਾਰਤ 'ਚ ਦੂਜੇ ਨੰਬਰ 'ਤੇ ਆਏ ਸੀ ਪਰ ਮੈਂ ਪੜ੍ਹਾਏ ਨਹੀਂ, ਕਿਉਂਕਿ ਅੰਗਰੇਜ਼ ਸਭ ਤੋਂ ਅਹਿਮ ਵਿਦੇਸ਼ੀ ਤਾਕਤ ਆ, ਉਹਨਾਂ ਨੂੰ ਆਪਾਂ ਅਗਲੇ ਲੈਕਚਰ 'ਚ ਪੜ੍ਹਾਂਗੇ। ਕਹਿੰਦੇ ਭਾਰਤ 'ਚ ਫਰੈਂਚ ਈਸਟ ਇੰਡੀਆ ਕੰਪਨੀ ਭਾਰਤ 'ਚ ਸਭ ਤੋਂ ਲਾਸਟ 'ਚ ਆਈ ਆ 1664 'ਚ। ਬਾਕੀ ਸਾਰੀਆਂ ਦੇਖੋ, ਇੱਕ ਤੇ ਆ ਗਈ 1500 'ਚ, ਇੱਕ 1602 'ਚ ਆ ਰਹੀ ਆ, ਕੋਈ 1616  'ਚ ਆ ਰਹੀ ਆ, ਇਹ 1664। ਲਾਸਟ ਵਾਲੀ ਕੰਪਨੀ ਡੈਨਮਾਰਕ ਤੋਂ ਵੀ 50 ਸਾਲ ਬਾਅਦ। ਫਰਾਂਸ ਦਾ ਜਿਹੜਾ ਫਾਈਨਾਂਸ ਮੰਤਰੀ ਸੀਗਾ, ਵਿਦੇਸ਼ ਮੰਤਰੀ ਸੀਗਾ, ਉਹਨੂੰ ਕਹਿੰਦੇ ਸੀ ਕੋਲਬਰਟ, ਉਹਨੇ ਇਸ ਕੰਪਨੀ ਨੂੰ ਪਰਮਿਸ਼ਨ ਦਿੱਤੀ ਕਿ ਜਾ ਕੇ ਭਾਰਤ 'ਚ ਕੰਮ ਕਰੋ। ਉਸ ਵੇਲੇ ਫਰਾਂਸ ਦਾ ਰਾਜਾ ਸੀ ਲੂਈਸ 14। ਉਹਦੇ ਵੇਲੇ ਫਰੈਂਚ ਈਸਟ ਇੰਡੀਆ ਕੰਪਨੀ ਭਾਰਤ 'ਚ ਆਈ 1668 'ਚ। ਪਹਿਲੇ ਗਵਰਨਰ ਦੇ ਤੌਰ 'ਤੇ ਫਰੈਂਕਿਸ ਕਾਰਨ CARON ਨੂੰ ਭਾਰਤ ਭੇਜਿਆ। ਇਹਨੇ ਆਪਣੀ ਪਹਿਲੀ ਫੈਕਟਰੀ ਪੱਛਮੀ ਘਾਟ 'ਤੇ ਗੋਆ ਤੇ ਸੂਰਤ 'ਚ ਲਾਈ। ਸੂਰਤ 'ਚ ਇਹਨਾਂ ਨੇ ਆਪਣੀ ਪਹਿਲੀ ਫੈਕਟਰੀ ਸਥਾਪਿਤ ਕੀਤੀ। ਦੂਜੀ ਫੈਕਟਰੀ ਇਹਨਾਂ ਨੇ ਪੂਰਬੀ ਘਾਟ 'ਚ ਆਂਧਰਾ ਪ੍ਰਦੇਸ਼ ਦੇ ਮਸੂਲੀਪਤਨਮ 'ਚ ਲਾ ਲਈ, ਇਹ ਪੂਰੇ ਪਾਸੇ। 1674 ਦੇ ਵਿੱਚ ਇਹਨਾਂ ਨੇ ਪੁਡੂਚੇਰੀ ਜਿਹੜਾ ਸੀਗਾ ਉਹਨੂੰ ਵੀ ਆਪਣੇ ਵਿੱਚ ਮਿਲਾ ਲਿਆ ਤੇ ਵਪਾਰਕ ਕੇਂਦਰ ਦੇ ਤੌਰ 'ਤੇ ਸਥਾਪਿਤ ਕਰ ਲਿਆ। ਸੋ ਬਹੁਤ ਇੰਪੋਰਟੈਂਟ ਕੰਮ ਇਹਨਾਂ ਨੇ ਫਰੈਂਚ ਵਾਲਿਆਂ ਨੇ ਕੀਤਾ। ਠੀਕ ਆ। ਸੋ ਪੁਡੂਚੇਰੀ 'ਚ ਇਹਨਾਂ ਨੇ ਜਿੰਨੀਆਂ ਵੀ ਪੁਰਾਣੀਆਂ ਕਲੋਨੀਆਂ ਸੀਗੀਆਂ, ਠੀਕ ਆ। ਤੇ ਇੱਕ ਗੱਲ ਹੋਰ, ਇਹਨਾਂ ਨੇ ਕਈ ਇਲਾਕਿਆਂ 'ਤੇ ਕਬਜ਼ਾ ਕਰ ਲਿਆ। ਉਦਾਹਰਨ ਦੇ ਤੌਰ 'ਤੇ ਆਹ ਦੇਖੋ, ਆਹ ਪੁਡੂਚੇਰੀ ਆ, ਆਹ ਕਰੇਕਾਲ ਆ, ਆਹ ਮਾਹੇ ਆ, ਕਲੀਕਟ ਤੋਂ ਥੋੜ੍ਹੀ ਜਿਹੀ ਉੱਪਰ ਮਾਹੇ ਤੇ ਆਹ ਜਨਮ ਮਸੂਲੀਪਤਨਮ, ਆਹ ਕੁਛ ਨਿਸ਼ਾਨੇ ਚਿੰਨ੍ਹਿਤ ਕੀਤੇ ਆ। ਇੱਥੇ ਫਰਾਂਸ ਵਾਲਿਆਂ ਨੇ ਆਪਣੀਆਂ ਕੰਪਨੀਆਂ ਸਥਾਪਿਤ ਕਰਤੀਆਂ ਸੀ। ਇਹ ਸਾਰੀਆਂ ਪੁਡੂਚੇਰੀ, ਕਰੀਕਾਲ ਅੱਜ ਦੇ ਤਾਮਿਲਨਾਡੂ 'ਚ, ਜਨਮ ਅੱਜ ਦੇ ਆਂਧਰਾ ਪ੍ਰਦੇਸ਼ 'ਚ, ਮਾਹੇ ਅੱਜ ਦੇ ਕੇਰਲਾ 'ਚ, ਇਹ ਸਾਰੇ ਇਲਾਕਿਆਂ 'ਚ ਇਹਨਾਂ ਨੇ ਆਪਣੀਆਂ ਕੰਪਨੀਆਂ ਸਥਾਪਿਤ ਕੀਤੀਆਂ। ਇਹ ਅਸਲ ਦੇ ਵਿੱਚ ਬੜੀ ਤਾਕਤਵਰ ਸੈਨਾ ਸੀ। 1700 ਤੋਂ ਬਾਅਦ ਅੰਗਰੇਜ਼ਾਂ ਨੇ ਡੱਚ, ਡੇਨਜ਼ ਤੇ ਪੁਰਤਗਾਲੀ ਖੁੰਝੇ ਲਾਉਣ 'ਚ ਟਾਈਮ ਹੀ ਨਹੀਂ ਲਾਇਆ। ਇਹਨਾਂ ਨੂੰ ਹਜੇ 1700 ਤੱਕ ਆਇਆਂ ਨੂੰ ਮਸਾਂ ਹੀ, ਜੇ ਇਹ 1668 'ਚ ਭਾਰਤ ਆਏ ਆ ਮੰਨ ਲਓ, ਤਾਂ ਇਹ ਤਕਰੀਬਨ ਇਹਨਾਂ ਨੂੰ ਤਾਂ ਹਜੇ 30-35 ਸਾਲ ਹੋਏ ਆ। 1700 ਸਾਲ ਤੱਕ ਜਾਂਦੇ ਇਹਨਾਂ ਨੂੰ ਹਜੇ 30 ਤੋਂ 35 ਸਾਲ ਹੋਏ ਆ। ਅੰਗਰੇਜ਼ ਭਾਰਤ 'ਚ 1600 ਦੇ ਵਿੱਚ ਤੋਂ ਬਾਅਦ ਆ ਜਾਂਦੇ ਆ। ਉਹਨਾਂ ਨੂੰ ਭਾਰਤ 'ਚ 1700 ਤੱਕ ਜਾਂਦੇ 100 ਸਾਲ ਹੋ ਗਏ ਸੀ। 12 ਸਾਲ ਬਾਅਦ ਅਗਲਿਆਂ ਨੇ ਪੁਰਤਗਾਲੀ ਹਰਾਤੇ ਸੀ, ਯਾਦ ਆ ਸਵਾਲੀ ਦੀ ਲੜਾਈ 'ਚ। ਉਸ ਤੋਂ ਬਾਅਦ ਸਾਰਿਆਂ ਨੂੰ ਹਰਾਤਾ, ਪਰ 1700 ਤੋਂ ਬਾਅਦ ਇਹਨਾਂ ਦਾ ਸਭ ਤੋਂ ਵੱਡਾ ਅੰਗਰੇਜ਼ਾਂ ਦਾ ਦੁਸ਼ਮਣ ਸੀ ਫਰੈਂਚ। ਤੁਸੀਂ ਕਹੋਗੇ ਇੱਦਾਂ ਕਿਉਂ? ਫਰਾਂਸ ਵਾਲਿਆਂ ਕੋਲ ਇਹੋ ਜਿਹੀ ਕੀ ਚੀਜ਼ ਸੀ? ਅਸਲ 'ਚ ਫਰਾਂਸ ਦੀ ਇਹ ਕੰਪਨੀ ਸੀ ਸਰਕਾਰੀ। ਫਰਾਂਸ ਦਾ ਰਾਜੇ ਨੇ ਸਰਕਾਰੀ ਕੰਪਨੀ ਭੇਜੀ ਸੀ। ਸਰਕਾਰੀ ਕੰਪਨੀ ਦਾ ਮਤਲਬ ਹੁੰਦਾ ਮਗਰ ਸਰਕਾਰ ਦਾ ਬੈਕਅਪ।
ਸਰਕਾਰ ਦੇ ਬੈਕਅਪ ਦਾ ਮਤਲਬ ਆ ਸਰਕਾਰ ਦੀ ਤਾਕਤ। ਸਰਕਾਰ ਦੀ ਤਾਕਤ ਦਾ ਮਤਲਬ ਹੁੰਦਾ ਸਰਕਾਰ ਤਾਂ ਚੁਕਾ ਦਿੰਦੀ ਆ ਪੁੱਛਾਂ, ਜਿਹਦੇ ਕੋਲ ਤਾਕਤ ਹੋਵੇ ਪੂਰੀ ਵਧੀਆ। ਸੋ ਸਰਕਾਰ ਨੇ ਪੂਰੀ ਵਧੀਆ ਤਰੀਕੇ ਨਾਲ ਇਸ ਕੰਪਨੀ ਨੂੰ ਭਾਰਤ 'ਚ ਭੇਜਿਆ, ਠੀਕ ਆ। ਅਤੇ ਭਾਰਤ 'ਚ ਇਹਨਾਂ ਨੇ ਕਈ ਇਲਾਕੇ ਜਿਹੜੇ ਸੀਗੇ ਉਹ ਆਪਣੇ ਕੰਟਰੋਲ 'ਚ ਕੀਤੇ, ਠੀਕ ਆ। ਸੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਫਰਾਂਸ ਦੀ ਈਸਟ ਇੰਡੀਆ ਕੰਪਨੀ 1700 ਤੋਂ ਬਾਅਦ ਇੱਕ ਤਗੜੀ ਟਸਲ, TUSSLE, ਟਸਲ ਦਾ ਮਤਲਬ ਆਪਸ ਦੇ ਵਿੱਚ ਇੱਕ ਖੁੰਦਕ ਦੇ ਵਿੱਚ ਆ ਗਏ। ਸੋ ਅਸਲ ਦੇ ਵਿੱਚ ਇਸ ਟਸਲ ਜਿਹੜਾ ਸੀਗਾ, ਇਸ ਟਸਲ ਦਾ ਨਤੀਜਾ ਹੁਣ 1700 ਤੋਂ ਬਾਅਦ ਨਿਕਲਣਾ ਹੈ। 1700 ਤੋਂ ਬਾਅਦ ਤੁਸੀਂ ਕਹੋਗੇ ਸਰ ਜਿਵੇਂ ਮੈਂ ਬਾਕੀ ਪੁਰਤਗਾਲੀ ਅਤੇ ਡੱਚ ਅਤੇ ਡੇਨਜ਼ ਉੱਪਰੋਂ ਪੜ੍ਹਾਤੇ ਆ, ਕੀ ਮੇਰਾ ਫਰੈਂਚ ਵਾਲਿਆਂ ਨੂੰ ਵੀ ਉੱਪਰੋਂ ਪੜ੍ਹਾ ਕੇ ਸਰ ਜੂਗਾ? ਨਹੀਂ। 1700 ਤੋਂ ਬਾਅਦ ਪੁਰਤਗਾਲੀਆਂ, ਫਰੈਂਚ ਵਾਲਿਆਂ ਅਤੇ ਬ੍ਰਿਟਿਸ਼ ਵਾਲਿਆਂ 'ਚ 3 ਇਤਿਹਾਸਿਕ ਲੜਾਈਆਂ ਲੜੀਆਂ ਗਈਆਂ ਭਾਰਤ ਦੇ ਦੱਖਣੀ ਹਿੱਸੇ 'ਚ। ਇਸ ਹਿੱਸੇ 'ਚ ਅੱਜ ਤਾਂ ਕਰਨਾਟਕਾ ਇੱਥੇ ਆ, ਉਸ ਟਾਈਮ ਇਸ ਹਿੱਸੇ ਨੂੰ ਕਰਨਾਟਕ ਕਿਹਾ ਜਾਂਦਾ ਸੀ, ਆਹ ਵਾਲੇ ਹਿੱਸੇ ਨੂੰ। ਕਰਨਾਟਕ ਦੇ ਇਲਾਕੇ 'ਚ 3 ਇਤਿਹਾਸਿਕ ਲੜਾਈਆਂ, ਪਹਿਲੀ 1740 ਤੋਂ ਲੈ ਕੇ 1746, ਦੂਜੀ 48 ਤੋਂ ਲੈ ਕੇ 54 ਅਤੇ ਤੀਜੀ 1756 ਤੋਂ ਲੈ ਕੇ 1763। ਇਹ 3 ਇਤਿਹਾਸਿਕ ਲੜਾਈਆਂ ਲੜਨ ਤੋਂ ਬਾਅਦ ਭਾਰਤ ਦੇ ਵਿੱਚ ਜਿਹੜੇ ਫਰੈਂਚ ਸੀਗੇ, ਫਰਾਂਸ ਵਾਲੇ ਸੀ, ਉਹ ਵਿਚਾਰੇ ਖੁੰਝੇ ਲੱਗ ਗਏ। 1763 ਤੋਂ ਬਾਅਦ ਫਰੈਂਚ ਵਾਲਿਆਂ ਕੋਲ ਭਾਰਤ 'ਚ 4 ਇਲਾਕੇ ਰਹਿ ਗਏ। ਆਂਧਰਾ ਦਾ ਜਨਮ, ਇੱਕ ਪੁਡੂਚੇਰੀ, ਇੱਕ ਤਾਮਿਲਨਾਡੂ ਵਾਲਾ ਕੇਰਲਾ ਅਤੇ ਕੇਰਲਾ ਵਾਲਾ ਮਾਹੇ ਕਰੀਕਲ, ਪੁਡੂਚੇਰੀ ਅਤੇ ਯਨਮ। ਕੋਈ ਕਵੇ ਸਾਰੇ ਕਿੱਥੇ ਲਿਖੇ ਹੋਏ ਆ? ਆਹ ਲਿਖੇ ਹੋਏ ਆ ਜੀ ਤੁਹਾਡੇ ਸਾਹਮਣੇ, ਮਾਹੇ ਕਰੀਕਲ, ਪੁਡੂਚੇਰੀ ਅਤੇ ਯਨਮ। ਬਾਕੀ ਸਾਰੇ ਮਸਲੀਪਤਨਮ, ਚੇਨਈ, ਸੂਰਤ, ਬੰਬੇ, ਕਾਸਿਮ ਬਾਜ਼ਾਰ, ਉੱਪਰ ਸਾਰਾ ਚੰਦਨਪੁਰ, ਕਲਕੱਤਾ, ਸਾਰਾ ਘੇਰ ਲਿਆ, ਖੋਲ੍ਹਿਆ ਉਹਨਾਂ ਨੇ। ਸਿਰਫ 1763 ਤੋਂ ਬਾਅਦ, ਤੁਸੀਂ ਕਹੋਗੇ ਸਰ 1763 'ਤੇ ਤੁਸੀਂ ਇੰਨੀ ਜ਼ੋਰ ਕਿਉਂ ਦੇ ਰਹੇ ਹੋ? 1763 ਬੜਾ ਮਹੱਤਵਪੂਰਨ ਸਾਲ ਆ। 1763 ਤੋਂ ਬਾਅਦ ਸਾਰਾ ਕੁਛ ਉਹਨਾਂ ਕੋਲੋਂ ਖਤਮ ਹੋ ਗਿਆ ਅਤੇ ਭਾਰਤ 'ਚ ਫਰੈਂਚੀਸ ਤਾਕਤ ਜਿਹੜੀ ਆ ਉਹ ਤਕਰੀਬਨ ਭਾਰਤ 'ਚ ਖਤਮ ਹੋ ਗਈ। ਪਰ ਅਚਾਨਕ ਕਿਵੇਂ ਹੋਇਆ? ਇਹ ਬੜਾ ਵੱਡਾ ਸਵਾਲ ਆ। 1700 ਤੋਂ ਬਾਅਦ ਫਰਾਂਸ ਦੀ ਸ਼ਕਤੀ ਜਿਹੜੀ ਆ ਭਾਰਤ 'ਚ ਉਹ ਘਟ ਰਹੀ ਸੀਗੀ। 1700 ਤੋਂ ਬਾਅਦ ਕੋਈ ਤਾਕਤਵਰ ਫਰੈਂਚ ਗਵਰਨਰ ਭਾਰਤ 'ਚ ਆਇਆ ਹੀ ਨਹੀਂ। ਫਿਰ ਫਰਾਂਸ ਦੇ ਰਾਜੇ ਅਤੇ ਉੱਥੋਂ ਦੇ ਫਾਈਨਾਂਸ ਵਿੱਤ ਮੰਤਰੀ ਨੇ ਭਾਰਤ 'ਚ ਇੱਕ ਗਵਰਨਰ ਭੇਜਿਆ ਜਿਹਨੂੰ 1700, ਜਿਹਦਾ ਨਾਮ ਸੀਗਾ ਡੁਪਲੈਕਸ। ਕੀ ਨਾਮ ਸੀਗਾ? ਡੁਪਲੈਕਸ। ਬੜਾ ਮਸ਼ਹੂਰ ਗਵਰਨਰ ਸੀਗਾ ਫਰਾਂਸ ਦਾ, ਭਾਰਤ 'ਚ ਸਭ ਤੋਂ ਤਾਕਤਵਰ ਗਵਰਨਰ। ਕਹਿੰਦਾ ਡੁਪਲੈਕਸ ਨੂੰ ਭਾਰਤ 'ਚ ਭੇਜਿਆ ਕਿ ਜਾ ਕੇ ਅੰਗਰੇਜ਼ ਜਿਹੜੇ ਕਿ ਇਸ ਟਾਈਮ ਭਾਰਤ 'ਚ ਬਹੁਤ ਵੱਡੇ ਪੱਧਰ 'ਤੇ ਥਲਬਲੀ ਮਚਾ ਰਹੇ ਆ, ਉਹਨਾਂ ਦੇ ਨਾਲ ਦੋ ਹੱਥ ਕਰ। ਡੁਪਲੈਕਸ ਭਾਰਤ ਦੇ ਵਿੱਚ ਆਉਂਦਾ ਹੈ ਅਤੇ ਭਾਰਤ 'ਚ ਗਵਰਨਰ ਦੀ ਕਮਾਂਡ ਸਾਂਭਦਾ ਹੈ। ਅਤੇ ਇਸ ਟਾਈਮ ਭਾਰਤ 'ਚ ਨਾ ਤਾਂ ਡੱਚ, ਨਾ ਡੇਨਜ਼, ਨਾ ਪੁਰਤਗਾਲੀ। 1700 ਤੋਂ ਬਾਅਦ ਸਾਰੇ ਹੀ ਅੰਗਰੇਜ਼ਾਂ ਨੇ ਖੁੰਝੇ ਲਾਤੇ। ਬਸ ਫਰੈਂਚ ਅਤੇ ਅੰਗਰੇਜ਼, ਇੱਕ ਵਾਰੀ ਤਾਂ ਉਹਨਾਂ ਨੇ 1700 ਤੋਂ ਬਾਅਦ ਫਰੈਂਚ ਵਾਲਿਆਂ ਨੇ ਵੀ ਖੁੰਝੇ ਲਾਤਾ, ਪਰ ਜਦੋਂ ਡੁਪਲੈਕਸ ਵਾਪਸ ਆਇਆ ਫਿਰ ਡੁਪਲੈਕਸ ਨੇ ਆ ਕੇ 3 ਇਤਿਹਾਸਕ ਲੜਾਈਆਂ ਦੀ ਸ਼ੁਰੂਆਤ ਕਰਨੀ ਆ। ਉਹਨੂੰ ਕਹਿੰਦੇ ਆ ਕਰਨਾਟਕ ਯੁੱਧ। ਪਹਿਲਾ ਕਰਨਾਟਕ ਯੁੱਧ, ਦੂਜਾ ਅਤੇ ਤੀਜਾ। ਪਰ ਤੀਜੇ ਕਰਨਾਟਕ ਯੁੱਧ ਤੋਂ ਬਾਅਦ ਬਦਕਿਸਮਤੀ ਨਾਲ ਫਰਾਂਸ ਫਿਰ ਵੀ ਹਾਰ ਜਾਂਦਾ ਹੈ ਅਤੇ ਭਾਰਤ 'ਚ 4 ਇਲਾਕਿਆਂ ਤੱਕ ਸੀਮਿਤ ਹੋ ਕੇ ਰਹਿ ਜਾਂਦਾ 1763 ਤੋਂ ਬਾਅਦ। ਅਤੇ ਤੁਹਾਨੂੰ ਪਤਾ 1947 'ਚ ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਆ, ਫਰਾਂਸ ਵਾਲੇ ਉਦੋਂ ਨਹੀਂ ਗਏ। ਉਹਨਾਂ ਤੋਂ 7 ਸਾਲ ਬਾਅਦ 1954 ਦੇ ਵਿੱਚ ਭਾਰਤ 'ਚੋਂ ਗਏ ਆ ਅਤੇ ਭਾਰਤ ਨੇ ਉਹਨਾਂ ਨੂੰ ਕੱਢਣ ਵਾਸਤੇ, ਜਿਵੇਂ ਪੁਰਤਗਾਲੀਆਂ ਨੂੰ ਕੱਢਣ ਲਈ ਗੋਆ 'ਚ ਆਪਰੇਸ਼ਨ ਵਿਜੇ ਚਲਾਇਆ ਸੀ, ਐਵੇਂ ਦੇ ਕਿਸੇ ਨਾਮ ਦਾ ਆਪਰੇਸ਼ਨ ਤਾਂ ਨਹੀਂ ਚਲਾਇਆ, ਪਰ ਉਹਨਾਂ ਨੂੰ 1754 'ਚ ਭਾਰਤ 'ਚੋਂ ਕੱਢਦਾ ਅਤੇ ਗੋਆ, ਦਮਨ ਦਿਊ, ਦਾਦਰਾ ਨਗਰ ਹਵੇਲੀ, ਇਹਨਾਂ ਨੂੰ 1962 'ਚ ਗੋਆ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਕੁਝ ਸਮੇਂ ਬਾਅਦ 14ਵੀਂ ਸੰਵਿਧਾਨਕ ਸੋਧ ਨਾਲ ਭਾਰਤ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਲਿਆ ਗਿਆ। ਹੁਣ ਤੁਸੀਂ ਕਹੋਗੇ ਸਰ ਕਰਨਾਟਕ, ਇਹ ਤਾਂ ਤੁਸੀਂ ਅੱਗੇ ਦੱਸਦਾ ਕਿ ਬਈ ਕੌਣ ਕਦੋਂ ਆਇਆ ਅਤੇ ਕਦੋਂ ਗਿਆ, ਪਰ ਤੁਸੀਂ ਇਹ ਤਾਂ ਦੱਸੋ ਕਿ ਕਰਨਾਟਕ ਜੰਗ ਕਿਵੇਂ ਲੜੀ ਗਈ, ਕਰਨਾਟਕ ਯੁੱਧ ਕਿਵੇਂ ਲੜੇ ਗਏ, ਉਹਨਾਂ ਬਾਰੇ ਮੈਂ ਫੇਰ ਪੜ੍ਹਾਊਂਗਾ। ਅਜੇ ਤਾਂ ਮੈਂ ਤੁਹਾਨੂੰ ਸਿਰਫ ਇਹ ਗੱਲ ਦੱਸਣ 'ਚ ਸਫਲ ਹੋਇਆ ਕਿ ਭਾਰਤ ਦੇ ਵਿੱਚ ਇੱਕ ਆਏ ਆ ਜੀ, ਸਭ ਤੋਂ ਪਹਿਲਾਂ ਆਏ ਆ ਜੀ ਪੁਰਤਗਾਲੀ, ਦੂਜੇ ਨੰਬਰ 'ਤੇ ਭਾਰਤ 'ਚ ਅੰਗਰੇਜ਼ ਮਤਲਬ ਇੰਗਲਿਸ਼, ਤੀਜੇ ਨੰਬਰ 'ਤੇ ਭਾਰਤ 'ਚ ਆਏ ਆ ਜੀ ਡੱਚ, ਚੌਥੇ ਨੰਬਰ 'ਤੇ ਭਾਰਤ 'ਚ ਆਇਆ ਡੇਨਜ਼ ਡੈਨਮਾਰਕ ਵਾਲੇ, ਅਤੇ 5ਵੇਂ ਨੰਬਰ 'ਤੇ ਆਏ ਆ ਫਰੈਂਚ। ਪੁਰਤਗਾਲੀ ਭਾਰਤ 'ਚ 1498 'ਚ ਆਏ ਆ, ਠੀਕ ਆ, 1498 'ਚ ਇਹ ਆਏ ਆ ਅਤੇ 1500 'ਚ ਪਹਿਲੀ ਫੈਕਟਰੀ ਲਾਉਂਦੇ ਆ।
ਅੰਗਰੇਜ਼ਾਂ ਦੀ ਕੰਪਨੀ 1600 ਚ ਬਣਦੀ ਆ ਤੇ ਇਹਨਾਂ ਨੂੰ ਕਾਫੀ ਲੰਮਾ ਸੰਘਰਸ਼ ਕਰਨਾ ਪੈਂਦਾ ਹੈ। 1612 ਚ ਜਾ ਕੇ ਇਹਨਾਂ ਦੀ ਪਹਿਲੀ ਫੈਕਟਰੀ ਲੱਗੂਗੀ। ਇਹਦੇ ਬਾਰੇ ਮੈਂ ਪੜ੍ਹਾਇਆ ਹੀ ਨਹੀਂ ਹੈ, ਜੇ ਟੈਨਸ਼ਨ ਨਾ ਲਓ। ਡੱਚ ਭਾਰਤ ਦੇ ਵਿੱਚ 1602 ਚ ਆਉਂਦੇ ਆ ਤੇ 1605 ਦੇ ਵਿੱਚ ਇਹਨਾਂ ਦੀ ਪਹਿਲੀ ਫੈਕਟਰੀ ਲੱਗਦੀ ਹੈ। ਡੇਨਜ਼ 1616 ਚ ਆਉਂਦੇ ਆ ਤੇ ਭਾਰਤ 'ਚ ਇਹ ਪਹਿਲੀ ਫੈਕਟਰੀ ਲਾਉਂਦੇ ਆ, ਹਾਂ 1620 ਚ। ਫ੍ਰੈਂਚ 1664 ਚ ਇਹਨਾਂ ਦੀ ਫੈਕਟਰੀ ਕੰਪਨੀ ਬਣਦੀ ਹੈ ਤੇ 1668 ਚ ਭਾਰਤ 'ਚ ਪਹਿਲੀ ਫੈਕਟਰੀ ਲਾਉਂਦੇ ਆ। ਜਾਣ ਦੇ ਮਾਮਲੇ 'ਚ ਇਹ ਭਾਰਤ 'ਚੋਂ ਸਭ ਤੋਂ ਪੁਰਤਗਾਲੀ 1961 ਚ ਵਾਪਸ ਗਏ ਆ, ਅੰਗਰੇਜ਼ 1947 ਚ ਗਏ ਆ, ਡੱਚ 1800 ਚ, ਇਹ 1869 ਚ ਯਾਦ ਹੋਣਾ ਚਾਹੀਦਾ ਤੇ ਇਹ 1954 ਚ। ਪੁਰਤਗਾਲੀਆਂ ਦੀ ਪਹਿਲੀ ਫੈਕਟਰੀ ਕੈਲੀਕਟ, ਅੰਗਰੇਜ਼ਾਂ ਦੀ ਪਹਿਲੀ ਫੈਕਟਰੀ ਮੈਂ ਪੜ੍ਹਾਈ ਨਹੀਂ, ਸੂਰਤ 'ਚ। ਡੱਚ ਵਾਲਿਆਂ ਦੀ ਪਹਿਲੀ ਫੈਕਟਰੀ ਆਪਾਂ ਪੜ੍ਹ ਚੁੱਕੇ ਆ ਮਸਲੀਪਤਰਮ 'ਚ, ਇਹਨਾਂ ਦੀ ਤ੍ਰੈਵਨਕੌਰ 'ਚ ਤੇ ਇਹਨਾਂ ਦੀ ਫੇਰ ਸੂਰਤ 'ਚ। ਇਹਨਾਂ ਦਾ ਪੁਰਤਗਾਲੀਆਂ ਦਾ ਭਾਰਤ 'ਚ ਸਭ ਤੋਂ ਖਾਸ ਹੈੱਡਕੁਆਟਰ ਗੋਆ, ਅੰਗਰੇਜ਼ਾਂ ਦਾ ਭਾਰਤ 'ਚ ਖਾਸ ਹੈੱਡਕੁਆਟਰ ਕਲਕੱਤਾ, ਪੜ੍ਹਾਊਂਗਾ ਹਜੇ ਮੈਂ। ਡੱਚ ਵਾਲਿਆਂ ਦਾ ਭਾਰਤ 'ਚ ਜਿਹੜਾ ਮੇਨ ਹੈੱਡਕੁਆਟਰ ਸੀਗਾ ਉਹ ਸੀਗਾ ਆਪਣਾ ਮੇਰੇ ਦਿਮਾਗ 'ਚੋਂ ਸਕਿਪ ਹੋ ਗਈ, ਇਹਨਾਂ ਦਾ ਸਿਰਾਮਪੁਰ ਤੇ ਇਹਨਾਂ ਦਾ ਸੂਰਤ, ਪੁਡੂਚੇਰੀ, ਸੌਰੀ ਇਹਨਾਂ ਦਾ ਪੁਡੂਚੇਰੀ। ਤੇ ਡੱਚ ਵਾਲਿਆਂ ਦਾ ਆਪਾਂ ਪੜ੍ਹਿਆ ਸੀਗਾ ਆਂਧਰਾ ਪ੍ਰਦੇਸ਼ ਦਾ ਬੜਾ ਮਸ਼ਹੂਰ ਸ਼ਹਿਰ ਆ ਮਸੂਲੀਪਤਨਮ, ਠੀਕ ਆ। ਸੋ ਆਹ ਇਹਨਾਂ ਦੀਆਂ ਕਹਾਣੀਆਂ ਨੇ। ਸੋ ਜੇ ਕੋਈ ਮੈਨੂੰ ਕਵੇ ਕਿ ਇੱਥੋਂ ਤੱਕ ਆਪਾਂ ਬੜੀ ਕਲੀਅਰ ਕੀਤੀ ਆ ਗੱਲ ਕਿ ਇਸ ਤੋਂ ਬਾਅਦ ਜਿਹੜਾ ਅਗਲਾ ਲੈਕਚਰ ਹੋਊਗਾ, ਠੀਕ ਆ, ਅਗਲਾ ਲੈਕਚਰ ਜਿੱਥੋਂ ਮੈਂ ਸ਼ੁਰੂਆਤ ਕਰਨੀ ਆ ਉਹ ਹੈਗਾ ਏ ਕਰਨਾਟਿਕ ਯੁੱਧ। ਕਰਨਾਟਿਕ ਯੁੱਧ 1740 ਤੋਂ ਬਾਅਦ ਜਦੋਂ ਡੁਪਲੇ ਭਾਰਤ 'ਚ ਗਵਰਨਰ ਜਨਰਲ ਬਣ ਕੇ ਆਇਆ ਫਰਾਂਸ ਵਾਲਿਆਂ ਦਾ, ਉਹਨੇ ਫਿਰ ਅੰਗਰੇਜ਼ਾਂ ਨਾਲ ਦੋ ਹੱਥ ਕਰਨੇ ਆ। ਸੋ ਭਾਰਤ 'ਚ ਵਿਦੇਸ਼ੀ ਤਾਕਤਾਂ 'ਚ ਦੋ ਗੱਲਾਂ ਨੇ, ਇੱਕ ਤਾਂ ਹੁਣ ਕਰਨਾਟਿਕ ਯੁੱਧ, ਉਸ ਤੋਂ ਬਾਅਦ ਭਾਰਤ 'ਚ ਅੰਗਰੇਜ਼, ਫਿਰ ਸਾਰੀਆਂ ਤਾਕਤਾਂ ਖਤਮ ਹੋ ਜਾਣਗੀਆਂ, ਸਿਰਫ ਅੰਗਰੇਜ਼ਾਂ ਦਾ ਹੀ ਰੌਲਾ ਭਾਰਤ 'ਚ ਰਹੂਗਾ। ਫਿਰ ਉਹਨਾਂ ਨਾਲ ਸੰਬੰਧਿਤ ਪੂਰਾ ਇਤਿਹਾਸ ਜਿਹੜਾ ਹੈ ਉਹ ਆਪਾਂ ਸਮਝਾਂਗੇ। ਇਸ ਲੈਕਚਰ ਨੂੰ ਆਪਾਂ ਮਾਡਰਨ ਹਿਸਟਰੀ ਦੇ ਪੱਖ ਤੋਂ ਸਿਰਫ PS ਟੈਟ ਦੇ ਐਂਗਲ ਤੋਂ ਲਾ ਰਹੇ ਹਾਂ ਤਾਂ ਜੋ ਤੁਹਾਨੂੰ ਇਸ ਤਰੀਕੇ ਦੇ ਲੈਕਚਰਸ ਤੋਂ ਕਹਾਣੀ ਸਮਝ ਆਵੇ। ਇਹ PDF ਜੇ ਕਿਸੇ ਨੇ ਡਾਊਨਲੋਡ ਕਰਨੀ ਹੈ ਤਾਂ ਮਾਸਟਰ ਕਲਾਸਿਸ ਦਾ ਜਿਹੜਾ ਟੈਲੀਗ੍ਰਾਮ ਦਾ ਚੈਨਲ ਆ ਟੀਚਿੰਗ ਕੋਰਸਿਸ ਵਾਲਾ, ਉਹਦੇ 'ਤੇ ਜਾਓ। ਨਹੀਂ ਸਮਝ ਆਉਂਦੀ ਤਾਂ ਤੁਸੀਂ ਇਸ ਨੰਬਰ ਤੋਂ 77078 00072 ਇਸ ਨੰਬਰ ਤੋਂ ਉਹ ਲਿੰਕ ਵੀ ਮੰਗਵਾ ਸਕਦੇ ਹੋ। YouTube ਦਾ ਚੈਨਲ ਆਪਣੇ ਸਾਥੀਆਂ ਨਾਲ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਜਿਹੜੇ ਬੱਚੇ ਟੀਚਿੰਗ ਕੋਰਸਿਸ ਦੀ ਤਿਆਰੀ ਕਰ ਰਹੇ ਆ ਉਹ ਇਸ ਸ਼ਾਮ 6 ਵਜੇ ਵਾਲੀ ਕਲਾਸ ਨੂੰ ਲਾ ਸਕਣ। ਧੰਨਵਾਦ।